पग पंकज बंदन पग पंकज बंदन सिमरो अंगद दोख निकंदन अमरदास गुर हृदय त्यामो श्री गुरु रामदास गुण गावो गुरु अर्जन बिघ्नन के नाशक बिघ्नन के नाशक श्री हरगोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहेगुरु जी की फतेह बिघन विनाशन सोए धन धन सच्चे पातशाह गरीब नवाज अंतरजामी दीन दुनिया दे मालिक चबर छतर तखत दे मालिक समरथ सच्चे पातशाह प्रतख सच्चे पातशाह दीन दयाल कृपाल अंतरजामी पूर्ण पार ब्रह्म परमेश्वर वाहेगुरु अकाल पुरख स्वरूप सच्चे पातशाह जी महाराज दासा गरीबां दी सदा ही इज्जत पत रखण वाले बख्शेंद सच्चे पातशाह महान वड्डियां वड्याइयां दे मालिक सच्चे पातशाह चवर छतर तखत दे मालिक सच्चे पातशाह राजन के राजा महाराजन के महाराजा धन धन सतगुरु श्री गुरु ग्रंथ साहिब जी महाराज बड़े ही प्रेम दे नाल आप जितने भी सुभाएमान हो सारे कहो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज धन धन श्री गुरु ग्रंथ साहिब जी धन धन श्री गुरु ग्रंथ साहिब जी महाराज धन श्री गुरु ग्रंथ साहिब धन धन श्री गुरु ग्रंथ साहिब जी महाराज धन श्री गुरु ग्रंथ साहिब जी महाराज हजूर सच्चे पातशाह जी दी पवित्र हाजूरी दे अंदर सुभाएमान हो के आप समूह संगत बड़े ही प्रेम दे नाल सतगुर जी दी बाणी दा कीर्तन सरवण कर रहे सी गुरमुख प्यारे आप जी नूं शब्द सरवण करा रहे सन धन गुरु अर्जन देव साहिब सच्चे पातशाह जी दा महाराज सच्चे पातशाह राम कली राग दे अंदर कृपा करदे ने महाराज सच्चे पातशाह कहन लगे दर्शन भेट पाप सब नस है हर सियों दे मिलाई ते नाल ही क्या मेरा गुर परमेश्वर
ਸੁਖਦਾਈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਬੰਦੇ ਦੇ ਪਾਪ ਦੂਰ ਹੁੰਦੇ ਜੀ। ਨਿਰੇ ਕਹਿਣ ਮਾਤਰ ਨਹੀਂ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਦੱਸ ਰਹੇ, ਕਿਰਪਾ ਕਰ ਰਹੇ ਨੇ। ਗੁਰੂ ਦੇ ਦਰਸ਼ਨ ਨਾਲ ਪਾਪ ਦੂਰ ਹੁੰਦੇ। ਦਰਸ਼ਨ ਭੇਟਤ ਪਾਪ ਸਭ ਨਾਸਹਿ। ਦਰਸ਼ਨ ਕੀਤਿਆਂ, ਬਚਨ ਬਲਾਸ ਕੀਤਿਆਂ, ਗੁਰੂ ਜੀ ਦੀ ਸਿੱਖਿਆ ਸੁਣਿਆ, ਗੁਰੂ ਜੀ ਦਾ ਉਪਦੇਸ਼ ਸੁਣ ਕੇ ਉਹਨੂੰ ਕਮਾ ਕੇ ਬੰਦੇ ਦੇ ਪਾਪ ਦੂਰ ਹੁੰਦੇ ਹਨ ਜੀ। ਦਰਸ਼ਨ ਭੇਟਤ ਪਾਪ ਸਭ ਨਾਸਹਿ, ਹਰਿ ਸਿਉ ਦੇਹ ਮਿਲਾਈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਗੁਰੂ ਅਰਜਨ ਸਾਹਿਬ। ਗੱਜ ਕੇ ਸਾਰੀ ਸੰਗਤ ਬੜੇ ਪ੍ਰੇਮ ਨਾਲ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਜਿੱਥੇ ਪਾਪ ਦੂਰ ਹੁੰਦੇ ਨੇ ਉੱਥੇ ਰੱਬ ਦੇ ਨਾਲ ਮਿਲਾ ਦਿੰਦਾ ਜੀ। ਕੌਣ ਜੀ? ਮੇਰਾ ਗੁਰ ਪਰਮੇਸ਼ਰ ਸੁਖਦਾਈ। ਗੁਰੂ ਜੀ ਪਰਮੇਸ਼ਰ ਦਾ ਰੂਪ ਨੇ। ਪਹਿਲਾਂ ਇਸ ਗੱਲ ਨੂੰ ਸਮਝਣਾ ਪਵੇਗਾ ਜੀ। ਸਤਿਗੁਰੂ ਪਰਮੇਸ਼ਰ ਦਾ ਰੂਪ ਨੇ ਤੇ ਸੁਖਦਾਈ ਨੇ। ਇਸ ਤਰੀਕੇ ਦੇ ਨਾਲ ਗੁਰੂ ਕੇ ਪਿਆਰਿਆਂ ਨੇ ਆਪ ਜੀ ਨੂੰ ਸ਼ਬਦ ਸਰਵਣ ਕਰਾਇਆ। ਸਤਿਗੁਰੂ ਕਰਦੇ ਕੀ ਨੇ ਜੀ? ਪਾਰ ਬ੍ਰਹਮ ਕਾ ਨਾਮ ਦਿਰੜਾਏ, ਅੰਤੇ ਹੋਏ ਸਹਾਈ। ਗੁਰੂ ਜੀ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਦਿੰਦੇ ਜੀ। ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਦ੍ਰਿੜ ਕਰਾ ਦਿੰਦੇ। ਦ੍ਰਿੜ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਜਿੰਨੇ ਵੀ ਕਥਾਵਾਚਕ ਹਨ, ਗਿਆਨੀ ਹਨ, ਰਾਗੀ ਹਨ, ਢਾਡੀ ਹਨ, ਗ੍ਰੰਥੀ ਹਨ, ਪ੍ਰਚਾਰਕ ਹਨ, ਉਹ ਤੁਹਾਨੂੰ ਸਿੱਖਿਆ ਤੇ ਦੇ ਸਕਦੇ ਤੇ ਦ੍ਰਿੜ ਨੀਚੇ ਕਰਾ ਸਕਦੇ ਜੀ। ਹਾਂਜੀ, ਨਾਮ ਨੂੰ ਦ੍ਰਿੜ ਕਰਾਉਣਾ ਹੋਰ ਗੱਲ ਹੈ ਜੀ, ਤੇ ਸਿੱਖਿਆ ਦੇਣੀ ਗੱਲ ਵੱਖਰੀ ਹੈ। ਸਿੱਖਿਆ ਤੇ ਦੇ ਸਕਦੇ ਵੀ ਵਾਹਿਗੁਰੂ ਜੀ ਦਾ ਨਾਮ ਜਪੋ। ਦ੍ਰਿੜ ਤੇ ਗੁਰੂ ਸਾਹਿਬ ਆਪਣੀ ਕਿਰਪਾ ਨਾਲ ਹੀ ਕਿਸੇ ਦੇ ਹਿਰਦੇ 'ਚ ਕਰ ਸਕਦੇ ਜੀ। ਦ੍ਰਿੜ ਦਾ ਅਰਥ ਪਤਾ ਕੀ ਹੁੰਦਾ ਜੀ? ਜਿਹਦੇ ਹਿਰਦੇ ਵਿੱਚ ਨਾਮ ਦ੍ਰਿੜ ਹੋ ਜਾਏ ਉਹਨੂੰ ਹੋਰ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਸਾਨੂੰ ਪਤਾ ਵੀ ਨਾਮ ਜਪਣਾ ਚਾਹੀਦਾ, ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ, ਨਾਮ ਜਪਣਾ ਜ਼ਰੂਰੀ ਹੈ। ਜਾਣਕਾਰੀ ਤੇ ਹੈਗੀ ਪਰ ਦ੍ਰਿੜ ਨਹੀਂ ਹੈਗਾ ਜੀ। ਤੇ ਗੱਲ ਉਦੋਂ ਬਣਨੀ ਹੈ ਜਦੋਂ ਨਾਮ ਦ੍ਰਿੜ ਹੋ ਗਿਆ ਜੀ। ਹਾਂਜੀ, ਸਤਿਗੁਰੂ ਕਿਰਪਾ ਕਰਕੇ ਪਾਰ ਬ੍ਰਹਮ ਕਾ ਨਾਮ ਦ੍ਰਿੜਾਏ। ਵਾਹਿਗੁਰੂ ਪਰਮੇਸ਼ਰ ਦਾ ਨਾਮ ਬੰਦੇ ਦੇ ਅੰਦਰ ਦ੍ਰਿੜ ਕਰ ਦਿੰਦੇ ਜੀ। ਦ੍ਰਿੜ। ਫਿਰ ਬੰਦਾ ਲਗਾਤਾਰ ਜਪੀ ਚੱਲਦਾ ਜੀ। ਵਾਹਿਗੁਰੂ 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 ਵਾਹਿਗੁਰੂ। ਸਾਰੇ ਹੀ ਜਪੋ। ਤੁਸੀਂ ਜਿੰਨੇ ਬੈਠੇ ਹੋ ਸਾਰੇ ਹੀ ਜਪੋ। ਵਾਹਿਗੁਰੂ 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 ਵਾਹਿਗੁਰੂ। ਨਾਮ ਦ੍ਰਿੜ ਕਰਾ ਦਿੰਦੇ ਜੀ। ਦ੍ਰਿੜ ਦਾ ਅਰਥ ਹੈ ਪੱਕਿਆਂ ਕਰ ਦੇਣਾ ਜੀ। ਗੁਰੂ ਜੀ ਕਿਰਪਾ ਕਰਕੇ, ਦਇਆ ਕਰਕੇ ਮਨੁੱਖ ਦੇ ਹਿਰਦੇ ਵਿੱਚ ਨਾਮ ਪੱਕਾ ਹੀ ਕਰ ਦਿੰਦੇ ਜੀ। ਕੋਈ ਚੀਜ਼ ਕੋਈ ਕੰਮ ਪੱਕਾ ਹੀ ਹੋ ਜਾਣਾ
ਤੇ ਸਮਝੋ ਵੀ ਉਹ ਸਫਲ ਹੈਗਾ ਜੀ। ਸਤਿਗੁਰੂ ਕਿਰਪਾ ਕਰਕੇ ਮਨੁੱਖ ਦੇ ਹਿਰਦੇ 'ਚ ਨਾਮ ਦ੍ਰਿੜ ਕਰਦੇ ਜੀ। ਹਾਂਜੀ, ਕਿਹੜਾ ਨਾਮ ਜੀ? ਜਿਹੜਾ ਅੰਤੇ ਹੋਏ ਸਹਾਈ, ਜਿਹੜਾ ਵਾਹਿਗੁਰੂ ਜੀ ਦਾ ਨਾਮ ਅੰਤ ਨੂੰ ਸਹਾਈ ਹੋਣਾ ਜੀ। ਅੰਤ ਤੱਕ ਕੀ, ਅੰਤ ਤੋਂ ਬਾਅਦ ਵੀ ਸਹਾਈ ਹੋਣਾ ਜੀ। ਇਸ ਕਰਕੇ ਮੇਰਾ ਗੁਰ ਪਰਮੇਸ਼ਰ ਸੁਖਦਾਈ, ਜਪੋ ਸਾਰੇ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ। ਕਿਉਂ? ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਸੁਖ ਦੇਣ ਵਾਲਾ ਵਾਹਿਗੁਰੂ ਜੀ ਦਾ ਨਾਮ ਹੈ। ਗੁਰੂ ਸਾਹਿਬ ਕਿਰਪਾ ਕਰਕੇ ਬੰਦੇ ਦੇ ਅੰਦਰ ਨਾਮ ਪੱਕਾ ਹੀ ਕਰ ਦਿੰਦੇ ਜੀ। ਹੋਰ ਗੱਲ ਸੁਝਦੀ ਕੋਈ ਨਹੀਂ ਜੀ। ਅੰਤੇ ਹੋਏ ਸਹਾਈ, ਬੜੇ ਪ੍ਰੇਮ ਨਾਲ ਫਿਰ ਤਰਲਾ ਪਾਓ ਗੁਰੂ ਜੀ ਦੇ ਹਜ਼ੂਰ। ਵਾਹੇ ਗੁਰੂ 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 ਵਾਹੇ ਗੁਰੂ। ਵਾਹੇ ਗੁਰੂ। ਸੋ ਆਪ ਜੀ ਬੜੇ ਪਿਆਰ ਦੇ ਨਾਲ ਗੁਰੂ ਕੇ ਪਿਆਰਿਆਂ ਪਾਸੋਂ ਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣਿਆ। ਜਿਸ ਵੀ ਸ਼ਬਦ ਦਾ ਕੀਰਤਨ ਚੱਲ ਰਿਹਾ ਹੋਵੇ ਬੜੇ ਧਿਆਨ ਨਾਲ ਸੁਣਨਾ ਜੀ। ਬਹੁਤ ਸਾਰੇ ਸ਼ੰਕੇ ਧਿਆਨ ਨਾਲ ਬਾਣੀ ਸੁਣਦਿਆਂ ਬੰਦੇ ਦੇ ਦੂਰ ਹੋ ਜਾਂਦੇ ਜੀ। ਬਹੁਤ ਸਾਰੇ ਸ਼ੰਕੇ ਜਦੋਂ ਬੰਦਾ ਧਿਆਨ ਨਾਲ ਬਾਣੀ ਸੁਣਦਾ ਨਾ ਜੀ, ਤੇ ਧਿਆਨ ਨਾਲ ਬਾਣੀ ਸੁਣ ਕੇ ਦੂਰ ਹੋ ਜਾਂਦੇ ਜੀ। ਹੁਣ ਆਓ ਲੜੀਵਾਰ ਇਤਿਹਾਸ ਵਾਲੇ ਪਾਸੇ ਵੀ ਆਪਾਂ ਚਿੱਤ ਜੋੜਨਾ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੁਣ ਰਹੇ ਹੋ। ਸਾਰੀ ਸੰਗਤ ਬੜੇ ਪ੍ਰੇਮ ਨਾਲ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਿਲਬਾਗ ਨੂੰ ਲੈ ਕੇ ਆਏ ਜੀ। ਦਿਲਬਾਗ ਦਰਿਆਈ ਘੋੜਾ ਜਦੋਂ ਬਾਬਾ ਬਿਧੀ ਚੰਦ ਜੀ ਲੈ ਕੇ ਆਏ ਤੇ ਤੁਸੀਂ ਸੁਣਿਆ ਸੰਗਤਾਂ ਵੇਖਣ ਆਈਆਂ ਜੀ ਉਹ ਘੋੜਾ ਜੀ। ਹਾਂਜੀ, ਤੇ ਫਿਰ ਬਾਬਾ ਜੀ ਭਾਈ ਜੇਠਾ ਜੀ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਦੱਸਦੇ, ਮਹਾਰਾਜ ਸੱਚੇ ਪਾਤਸ਼ਾਹ ਮੈਂ ਬੜਾ ਹੀ ਯਤਨ ਕੀਤਾ ਪਰ ਘੋੜਾ ਸ਼ੱਕ ਕੁਝ ਨਹੀਂ ਰਿਹਾ, ਨਾ ਘਾਈ ਤੇ ਨਾ ਨਿਰਾਲੀ। ਮਹਾਰਾਜ ਕੁਝ ਵੀ ਨਹੀਂ ਛਕਦਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ। ਕਹਿਣ ਲੱਗਾ ਹਾਂ। ਮਹਾਰਾਜ ਕਹਿੰਦੇ ਹੋਰ ਕੀ ਕਰਦਾ? ਤੇ ਦੱਸਿਆ। ਕਹਿਣ ਲੱਗਾ ਮਹਾਰਾਜ ਭਾਈ ਜੇਠਾ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਘੋੜਾ ਤੇ ਰੋ ਰਿਹਾ ਹੈ, ਘੋੜੇ ਦੇ ਨੇਤਰਾਂ 'ਚ ਜਲ ਵਹਿ ਰਿਹਾ, ਤੇ ਲਾਗੇ ਰਾਏ ਜੋਧ ਖਲੋਤਾ ਸੀ। ਰਾਏ ਜੋਧ ਨੇ ਇਹ ਗੱਲ ਆਖੀ ਵੀ ਸੱਚੇ ਪਾਤਸ਼ਾਹ ਘੋੜੇ ਨੂੰ ਕੋਈ ਰੋਗ ਲੱਗ ਗਿਆ ਹੋਏਗਾ, ਇੰਨੀ ਦੂਰੋਂ ਭੱਜਾ ਨਸਿਆ ਆਇਆ, ਇਹਨਾਂ ਸਫ਼ਰ ਤੈਅ ਕੀਤਾ ਭੱਜਿਆਂ ਨੇ, ਕਿਤੇ ਦੁਖੀ ਹੋਏਗਾ, ਕੋਈ ਰੋਗ ਲੱਗ ਗਿਆ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਰਾਏ ਜੋਧ ਘੋੜੇ ਨੂੰ ਵਿਛੋੜੇ ਦਾ ਦੁੱਖ ਹੈ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਚੰਗਾ ਭਲਾ ਬੰਦਾ ਹੋਵੇ, ਵਿਛੋੜਾ ਜਿਹੜਾ ਜਿਸ ਬੰਦੇ ਨੂੰ ਵਿਛੋੜੇ ਦਾ ਰੋਗ ਲੱਗ ਜੇ ਨਾ ਜੀ, ਉਹਦਾ ਚੈਨ ਸਭ ਕੁਝ ਉੱਡ ਜਾਂਦਾ ਜੀ। ਜਿੰਨਾ ਉਹਦੇ ਅੰਦਰ ਦਾ ਚੈਨ ਹੈ ਸਕੂਨ ਹੈ ਉਹ ਉੱਡ ਹੀ ਜਾਂਦਾ ਜੀ। ਕਦੋਂ? ਜਦੋਂ ਬੰਦੇ ਨੂੰ ਵਿਛੋੜੇ ਦਾ ਦੁੱਖ ਲੱਗ ਜੇ ਜੀ। ਵਿਛੋੜੇ ਦਾ ਦੁੱਖ ਬੜਾ ਭਿਆਨਕ ਦੁੱਖ ਹੈ ਜੀ, ਜਿਹਨੂੰ ਆਪਾਂ ਤਨਹਾਈ ਦਾ ਦੁੱਖ ਕਹਿੰਦੇ ਆ, ਜਿਹਨੂੰ ਆਪਾਂ ਵਿਛੋੜੇ ਦਾ ਦੁੱਖ ਕਹਿੰਦੇ, ਬੜਾ ਭਿਆਨਕ ਦੁੱਖ ਹੈਗਾ ਜੀ ਇਹ। ਮਹਾਰਾਜ ਕਹਿਣ ਲੱਗੇ ਘੋੜੇ ਨੂੰ ਉਹ ਹੋ ਗਿਆ, ਇਹ ਪਹਿਲੇ ਘੋੜੇ ਦੇ ਨਾਲ ਰਹਿੰਦਾ ਸੀ ਤਾਂ ਇਹਨੂੰ ਹੁਣ ਉਹਦੀ ਘਾਟ ਮਹਿਸੂਸ ਹੋ ਰਹੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਿਧੀ ਚੰਦ ਜਾਂ ਤੇ ਉਹ ਘੋੜਾ ਇੱਥੇ ਲੈ ਆ ਤੇ ਜਾਂ ਇਹਨੂੰ ਛੱਡ ਆ। ਕਿਉਂ? ਅਸੀਂ ਕਿਸੇ ਦਾ ਵਿਛੋੜਾ ਨਹੀਂ ਵੇਖ ਸਕਦੇ। ਕਹਿਣ ਲੱਗੇ ਵਿਛੋੜਾ ਬਹੁਤ ਬੁਰਾ ਹੈ, ਵਿਛੋੜਾ ਨਹੀਂ ਦੇਖ ਸਕਦੇ, ਇਸ ਕਰਕੇ ਜਾਂ ਇਹਨੂੰ ਲੈ ਆ ਤੇ ਜਾਂ ਉਹਨੂੰ ਛੱਡ ਆ। ਵਾਹਿਗੁਰੂ ਇਹਨੂੰ ਛੱਡ ਆ ਜਾਂ ਉਹਨੂੰ ਲੈ ਆ। ਇੱਥੋਂ ਤੱਕ ਕਥਾ ਆਪ ਜੀ ਨੇ ਸਰਵਣ ਕੀਤੀ। ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਸਤਿਗੁਰੂ ਇੰਨੀ ਮੁਸ਼ਕਲਾਂ ਨਾਲ ਘੋੜਾ ਆਇਆ ਤੁਹਾਡੀ ਕਿਰਪਾ ਨਾਲ, ਤੇ ਮਹਾਰਾਜ
ਵਾਪਸ ਜੂ ਕਰਨਾ ਤੇ ਉਹਨੂੰ ਇੱਥੇ ਲੈ ਆਉਨੇ ਆ। ਮਹਾਰਾਜ ਕਹਿੰਦੇ ਆਹ ਗੱਲ ਤੇਰੀ ਠੀਕ ਹੈ। ਗੱਜ ਕੇ ਆਖੋ ਵਾਹਿਗੁਰੂ। ਥੋੜਾ ਜਿਹਾ ਗੱਜ ਕੇ ਆਖੋ ਨਾ ਜੀ ਵਾਹਿਗੁਰੂ। ਹਾਂ, ਮਹਾਰਾਜ ਕਹਿੰਦੇ ਆਹ ਤੇਰੀ ਗੱਲ ਠੀਕ ਹੈ ਬਿਧੀ ਚੰਦ, ਫਿਰ ਉਹੋ ਹੀ ਘੋੜਾ ਲੈ ਆਓ। ਹਾਂਜੀ, ਤੇ ਗੁਰੂ ਸਾਹਿਬ ਨੂੰ ਬੇਨਤੀ ਕਰੋ, ਸੱਚੇ ਪਾਤਸ਼ਾਹ ਘੋੜਿਆਂ ਦੇ ਵਿਛੋੜੇ ਦਾ ਦੁੱਖ ਦੂਰ ਕਰਨ ਦਾ ਪੂਰਾ ਯਤਨ ਕੀਤਾ, ਮਹਾਰਾਜ ਸਾਡੇ ਤੇ ਕਿਰਪਾ ਕਰੋ। ਮਾੜਾ ਜਿਹਾ ਟੇਢਾ ਹੀ ਸਾਡੇ ਵੱਲ ਵੇਖੋ ਤਾਂ ਵੀ ਸਾਡੇ ਦੁੱਖ ਦੂਰ ਹੋ ਜਾਣੇ, ਤਾਂ ਵੀ ਵਿਛੋੜੇ ਦਾ ਦੁੱਖ ਦੂਰ ਹੋ ਜਾਣਾ। ਗੁਰਮੁਖੋ, ਜਿਹਨੂੰ ਥੋੜਾ ਜਿਹਾ ਵੀ ਆਨੰਦ ਆਇਆ ਨਾ ਜੀ, ਔਰ ਕੋ ਤਾਂ ਨਿਤਨੇਮ ਦਾ ਵਿਛੋੜਾ ਨਹੀਂ ਚੱਲਿਆ ਜਾਂਦਾ ਜੀ। ਹਾਂਜੀ, ਨਿਤਨੇਮ ਹੀ ਕਿਤੇ ਰੁਕ ਜੇ ਤੇ ਬੰਦੇ ਨੂੰ ਦੁੱਖ ਲੱਗਾ ਰਹਿੰਦਾ ਜੀ। ਹਾਂਜੀ, ਭਜਨ ਬੰਦਗੀ ਕਿਤੇ ਬੰਦੇ ਦੀ ਟੁੱਟ ਜਾਏ ਤੇ ਬੰਦੇ ਨੂੰ ਦੁੱਖ ਲੱਗਾ ਰਹਿੰਦਾ। ਜਿਹਨੂੰ ਰਸ ਆ ਜਾਏ ਜੀ, ਤੇ ਕਮਾਲ ਦੀ ਗੱਲ ਹੈ, ਇੱਕੋ ਹੀ ਸਰੀਰ ਆ, ਹਿਰਦਾ ਹੈ, ਹਿਰਦੇ ਵਿੱਚ ਬੰਦਾ ਵੀ ਬੈਠਾ ਤੇ ਰੱਬ ਵੀ ਬੈਠਾ ਜੀ, ਫਿਰ ਵੀ ਵਿਛੋੜਾ ਬਣਿਆ। ਕਿਉਂ? ਵਿੱਚ ਇੱਕ ਕੰਧ ਬਣੀ ਹੋਈ ਜੀ, ਜਿਸ ਕੰਧ ਨੂੰ ਹਉਮੈ ਦੀ ਕੰਧ ਕਹਿੰਦੇ ਜੀ। ਇਹ ਟੁੱਟਦੀ ਨਹੀਂ ਜੀ, ਤੇ ਮਿਲਾਪ ਹੁੰਦਾ ਨਹੀਂ, ਤੇ ਵਿਛੋੜਾ ਪਿਆ ਰਹਿੰਦਾ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਕਥਾ ਚੱਲਣੀ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਜਾਣ ਲੱਗਦੇ। ਹੁਣ ਬੜੇ ਧਿਆਨ ਨਾਲ ਇੱਕ ਗੱਲ ਸੁਣਿਓ, ਗੱਜ ਕੇ ਕਰੀ ਆਖੋ ਸਾਰੇ ਵਾਹਿਗੁਰੂ। ਹੋਰ ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿ ਜਦੋਂ ਬਚਨ ਕੀਤਾ ਹੈ, ਬਾਬਾ ਬਿਧੀ ਚੰਦ ਸਾਹਿਬ ਜਾਣਦੇ ਵੀ ਇੱਕ ਘੋੜਾ ਆ ਗਿਆ। ਇੱਕ ਘੋੜੇ ਦੀ ਚੋਰੀ ਦੇ ਨਾਲ ਕਿਲੇ ਵਿੱਚ ਹੋਰ ਸਖਤਾਈ ਹੋ ਗਈ ਹੋਣੀ ਜੀ। ਹਾਂਜੀ, ਉੱਥੇ ਤੇ ਹੋਰ ਸਖਤਾਈ ਹੋਈ ਹੋਣੀ ਹੈ। ਤੇ ਹੁਣ ਦੂਜਾ ਘੋੜਾ ਉਹੋ ਹੀ ਬੰਦਾ ਲੈਣ ਜਾਏ, ਇੰਨੀ ਉਹਦੇ ਤੋਂ ਦੂਣੀ ਵੱਧ ਸਖਤਾਈ ਹੋ ਗਈ ਹੋਏਗੀ ਜੀ। ਹਾਂਜੀ, ਪਹਿਲਾ ਘੋੜਾ ਆ ਗਿਆ, ਪਰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੁਣ ਮਿਹਰ ਕਰਨ, ਦੂਜਾ ਘੋੜਾ ਪਹਿਲੇ ਘੋੜੇ ਤੋਂ ਲਿਆਉਣਾ ਕਿਤੇ ਔਖਾ ਹੈਗਾ ਜੀ। ਹਾਂਜੀ, ਕਿਉਂ? ਇੱਕ ਤੇ ਪਛਾਣ ਹੋ ਗਈ ਜੀ ਇਹਨਾਂ ਦੀ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇੱਕ ਪਛਾਣ ਹੋ ਗਈ ਜੀ, ਤੇ ਦੂਜਾ ਇਹ ਕੰਮ ਹੋਇਆ ਕਿ ਦੂਜੇ ਨੰਬਰ ਤੇ ਸਾਧ ਸੰਗਤ ਜੀ ਹੋਰ ਸਖਤਾਈ ਵੱਧ ਗਈ, ਸੈਨਾ ਹੋਰ ਵੱਧ ਗਈ, ਦੂਜੇ ਘੋੜੇ ਦੀ ਸੁਰੱਖਿਆ ਹੋਰ ਵੱਧ ਗਈ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਪ੍ਰਸੰਗ ਸਰਵਣ ਕਰੋ। ਕੀ ਭਾਈ ਸੰਤੋਖ ਸਿੰਘ ਜੀ ਕਿਰਪਾ ਕਰਦੇ ਨੇ, ਸਾਨੂੰ ਦੱਸ ਰਹੇ ਨੇ। ਸੁਰਤੀਆਂ ਬਿਰਤੀਆਂ ਲੈ ਕੇ ਚੱਲੋ ਭਾਈ ਰੂਪੇ, ਜਿੱਥੇ ਹਜੂਰ ਸੱਚੇ ਪਾਤਸ਼ਾਹ ਧੰਨ ਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੱਜੇ ਨੇ, ਤੇ ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਨੂੰ ਕੱਲ ਰਹੇ ਜੀ। ਹੁਣ ਇਹਦੇ ਤੋਂ ਅੱਗੇ ਸਰਵਣ ਕਰੋ। ਸਾਰੀ ਸੰਗਤ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਬੜੇ ਪ੍ਰੇਮ ਨਾਲ ਸਭ ਸੰਗਤਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਪ੍ਰਭ ਜੀ ਆਗਿਆ ਦੇਹੋ ਸਿਧਾਵੋ। ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਸੱਚੇ ਪਾਤਸ਼ਾਹ ਇਹਨੂੰ ਨਹੀਂ ਛੱਡਣਾ ਮਹਾਰਾਜ, ਉੱਥੇ ਉਹ ਲੈ ਕੇ ਆਉਣਾ। ਤੇ ਮਹਾਰਾਜ ਕਿਰਪਾ ਕਰੋ ਮੈਨੂੰ ਹੁਣੇ ਹੀ ਆਗਿਆ ਦਿਓ ਸੱਚੇ ਪਾਤਸ਼ਾਹ, ਮੈਂ ਹੁਣੇ ਹੀ ਉਸ ਪਾਸੇ ਲਾਹੌਰ ਵੱਲ ਦੁਬਾਰਾ ਤੁਰ ਪਵਾਂ। ਹੁਣ ਵੇਖੋ ਬੜੀ ਹੈਰਾਨੀ ਦੀ ਗੱਲ ਹੈ ਜੀ, ਇੱਕ ਬੰਦੇ ਨੂੰ ਲਾਹੌਰ ਦੇ ਵਿੱਚ ਲੱਭਣ ਦਏ ਜੀ ਅਗਲੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹ ਤੇ ਲੱਭਣ ਦਏ ਜੀ, ਔਰ ਬੜੀ ਤਿਆਰੀ ਦੇ ਨਾਲ ਲੱਭਣ ਦਏ ਜੀ, ਵੀ ਲੱਭੇ ਸਹੀ ਕਸੇਰਾ ਘੋੜਾ ਲੈ ਗਿਆ। ਤੇ ਉਹ ਬਾਬਾ ਬਿਧੀ ਚੰਦ ਸਾਹਿਬ ਦੁਬਾਰਾ ਜਾਣ ਦੀ ਤਿਆਰੀਆਂ ਕਰਨ ਦੇ। ਬਾਬਾ ਜੀ ਕਹਿ ਰਹੇ ਸੱਚੇ ਪਾਤਸ਼ਾਹ ਮਹਾਰਾਜ ਆਗਿਆ ਦਿਓ ਫਿਰ ਦੁਬਾਰਾ ਜਾਵਾਂ ਉੱਥੇ। ਹਾਂਜੀ, ਲਿਆਏ ਤੁਰਤ ਹੈ ਦਰਸ਼ਨ ਪਾਵਾਂ। ਘੋੜਾ ਲਿਆ ਕੇ ਛੇਤੀ ਛੇਤੀ ਤੁਹਾਡੇ ਦਰਸ਼ਨ ਕਰਾਂ ਮਹਾਰਾਜ। ਅੱਗੇ ਤੇ ਸਮਾਂ ਬੜਾ ਲੱਗ ਗਿਆ, ਘੋੜਾ ਲਿਆਉਂਦਿਆਂ ਅੱਗੇ ਤੇ ਸਮਾਂ ਲੱਗ ਗਿਆ, ਕਿੰਨੇ ਦਿਨ ਕਿਲੇ 'ਚ ਰਹਿਣਾ ਪਿਆ। ਮਹਾਰਾਜ ਹੁਣ ਕਿਰਪਾ ਕਰੋ ਘੋੜਾ ਲਿਆ ਕੇ ਤੇ ਛੇਤੀ ਛੇਤੀ ਤੁਹਾਡੇ ਦਰਸ਼ਨ ਕਰਾਂ। ਹਾਂਜੀ, ਮੁਖ ਮੁਸਕਾਵਤ ਕਹਿਓ ਗੋਸਾਈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੁਸਕਰਾਏ, ਅੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਛੇਵੇਂ ਪਾਤਸ਼ਾਹ ਜੀ ਮੁਸਕਰਾਏ ਬਾਬਾ ਬਿਧੀ ਚੰਦ ਜੀ ਦੀ ਗੱਲ ਸੁਣ ਕੇ,
ਤੇ ਮੁਸਕਰਾ ਕੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ। ਹਾਂਜੀ, ਗਮਨਹ ਵਿਦਿਆ ਗੁਰੂ ਸਹਾਈ। ਮਹਾਰਾਜ ਕਹਿਣ ਲੱਗੇ ਵਿਧੀ ਚੰਦ, ਮਹਾਰਾਜ ਕਹਿੰਦੇ ਜਾਓ, ਗਮਨੋ ਦਾ ਅਰਥ ਹੁੰਦਾ ਜਾਓ। ਮਹਾਰਾਜ ਕਹਿੰਦੇ ਜਾਓ, ਤੁਹਾਡੀ ਗੁਰੂ ਸਾਹਿਬ ਸਹਾਇਤਾ ਕਰਨਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਗੁਰੂ ਸਾਹਿਬ ਦੇ ਮੁਖੋਂ ਤੇ ਆਹੋ ਹੀ ਬਚਨ ਬੜਾ ਹੈਗਾ ਜੀ, ਜਿਹੜਾ ਮਹਾਰਾਜ ਨੇ ਬਚਨ ਕਰਤਾ ਨਾ ਵੀ ਜਾਓ ਗੁਰੂ ਸਹਾਈ ਹੋਣਗੇ, ਇੰਨਾ ਹੀ ਬਚਨ ਬੜਾ ਜੀ। ਸਾਰਾ ਕੁਝ ਤਾਕਤ ਬਲ ਇਸੇ ਬਚਨ ਵਿੱਚ ਹੀ ਗੁਰੂ ਜੀ ਨੇ ਦੇ ਦਿੱਤੀ ਜੀ। ਹਾਂਜੀ, ਮੈਂ ਫਿਰ ਬੇਨਤੀ ਕਰਾਂ, ਆਪ ਜੀ ਨੇ ਹੁਣੇ ਸ਼ਬਦ ਦੇ ਅਰਥ ਵੀ ਸੁਣੇ। ਸੱਚੇ ਪਾਤਸ਼ਾਹ ਮਹਾਰਾਜ ਨੂੰ ਲੰਮੀ ਕਥਾ ਕਰਨ ਦੀ ਲੋੜ ਨਹੀਂ ਹੈਗੀ ਇਸ ਬਾਰੇ ਜੀ। ਬਸ ਇੱਕ ਬਚਨ ਹੀ ਕੀਤਾ, ਵਿਧੀ ਚੰਦ ਗੁਰੂ ਜੀ ਸਹਾਈ ਹੋਣਗੇ, ਇਹ ਬਚਨ ਕਹਿਤਾ ਗੁਰੂ ਜੀ ਨੇ। ਹਾਂਜੀ, ਕਰ ਕਾਰਜ ਤੂਰਨ ਹੀ ਆਵਹ। ਬਾਬਾ ਵਿਧੀ ਚੰਦ ਜੀਜੂ ਕਹਿਣ ਲੱਗੇ ਮਹਾਰਾਜ ਪਹਿਲੇ ਘੋੜਾ ਲੈਣ ਗਿਆ ਤੇ ਵਿਛੋੜਾ ਮੈਨੂੰ ਬੜੇ ਚਿੱਤ ਦਾ ਪਿਆ ਰਿਹਾ, ਬੜਾ ਲੰਮਾ ਸਮਾਂ ਲੱਗ ਗਿਆ, ਤੇ ਹੁਣ ਜਾਵਾਂ ਤੇ ਛੇਤੀ ਆਵਾਂ। ਮਹਾਰਾਜ ਕਹਿੰਦੇ ਕੋਈ ਨਹੀਂ, ਗੁਰੂ ਜੀ ਸਹਾਈ ਹੋਣਗੇ, ਤੇ ਕਹਿਣ ਲੱਗੇ ਛੇਤੀ ਛੇਤੀ ਵਾਪਸ ਆ ਜਾਓਗੇ ਘੋੜਾ ਲੈ ਕੇ। ਛੇਤੀ ਕਾਰਜ ਦਾ ਵੀ ਬਚਨ ਕਰਤਾ। ਹਾਂਜੀ, ਬਹੁਰ ਜੰਗ ਕਰ ਤੁਰਕ ਖਪਾਵਹ। ਤੇ ਨਾਲੇ ਅਗਲਾ ਬਚਨ ਵੀ ਕਰਤਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੂੰ ਪਤਾ ਸੀਗਾ ਵੀ ਹੁਣ ਘੋੜੇ ਲੈ ਕੇ ਆਉਣਗੇ ਤੇ ਜੰਗ ਜੁੱਧ ਤੇ ਆਉਣਾ ਹੀ ਹੈ ਪਿੱਛੋਂ। ਮਹਾਰਾਜ ਕਹਿੰਦੇ ਵਿਧੀ ਚੰਦ ਫਿਰ ਜੰਗ ਦੀ ਵੀ ਤਿਆਰੀ ਨਾਲ ਹੀ ਰੱਖਣੀ। ਕਹਿਣ ਲੱਗੇ ਹਾਂਜੀ, ਸੁਣਤ ਉਠਿਓ ਪਗ ਪੰਕਜ ਹਾਥ। ਤੇ ਬਾਬਾ ਵਿਧੀ ਚੰਦ ਜੀ ਫਿਰ ਸੰਗਤ 'ਚ ਬੈਠੇ ਸਨ, ਉੱਠੇ। ਹਾਂਜੀ, ਧਾਰ ਕਰ ਪ੍ਰੇ ਔਰ ਟੇਕਿਓ ਮਾਥ। ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਅੱਗੇ ਮੱਥਾ ਟੇਕਿਆ ਜੀ ਉਹਨਾਂ ਨੇ। ਆਪਾਂ ਵੀ ਕਰੀਏ ਨਮਸਕਾਰ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਾਬਾ ਜੀ ਨੇ ਮੱਥਾ ਟੇਕਿਆ ਜੀ। ਹਾਂਜੀ, ਉਹ ਜਿਹੜਾ ਘੋੜਾ ਘਾਹ ਨਹੀਂ ਸੀ ਨਾ ਜੀ ਖਾ ਰਿਹਾ, ਗੁਰੂ ਹਰਗੋਬਿੰਦ ਸਾਹਿਬ ਉਹਦੇ ਕੋਲ ਗਏ ਜੀ। ਫਿਰ ਜੀ ਉਹ ਵਿੱਚ ਦੇ ਪ੍ਰਸੰਗ ਮੈਂ ਬੇਨਤੀ ਕਰ ਦਿੰਦਾ। ਮਹਾਰਾਜ ਉਹਦੇ ਕੋਲ ਗਏ ਜੀ, ਹੱਥ ਫੇਰ ਕੇ ਕਹਿਣ ਲੱਗੇ ਛੇਤੀ ਦੂਜਾ ਆਏਗਾ, ਤੂੰ ਖਾਲਾ। ਕਹਿਣ ਲੱਗੇ ਹਾਂਜੀ, ਤੇ ਉਸ ਘੋੜੇ ਨੇ ਫਿਰ ਘਾਹ ਛਕਣਾ ਸ਼ੁਰੂ ਕਰ ਦਿੱਤਾ ਸੀਗਾ ਜੀ। ਹਾਂਜੀ, ਇਧਰੋਂ ਦੂਜਾ ਲੈਣ ਵਾਸਤੇ ਬਾਬਾ ਵਿਧੀ ਚੰਦ ਜੀ ਹੁਣ ਤੁਰਨ ਦੀਆਂ ਤਿਆਰੀਆਂ ਕਰਨ ਦੇ ਜੀ। ਹਾਂਜੀ, ਅਤ ਉਤਸ਼ਾਹ ਧਾਰ ਪ੍ਰਸਥਾਨਾ ਅਦਭੁਤ ਕੌਤਕ ਕਰਨ ਮਹਾਨਾ। ਬਾਬਾ ਜੀ ਬੜੇ ਉਤਸ਼ਾਹ ਨਾਲ ਤੁਰ ਪਏ ਜੀ, ਬੜੇ ਚਾਈ ਚਾਈ ਤੁਰ ਪਏ। ਕੋਈ ਡਰ ਫਿਕਰ ਨਹੀਂ ਜੀ ਵੀ ਗਾਂ ਜਾ ਕੇ ਮੈਨੂੰ ਫੜ ਲੈਣਾ, ਮੈਨੂੰ ਤੇ ਲੱਭਣ ਦਏ ਹੋ। ਹਾਂਜੀ, ਪਰ ਫੇਰ ਸਗੋਂ ਤੁਰ ਪਏ ਜੀ। ਹੁਣ ਤੇ ਜ਼ਿਆਦਾ ਖਤਰਨਾਕ ਬਣਿਆ ਪਿਆ ਸੀ ਕੰਮ ਜੀ। ਪਰ ਤੁਸੀਂ ਸੁਣ ਰਹੇ ਹੋ, ਆਹ ਜਿਹੜਾ ਬਚਨ ਕੀਤਾ ਨਾ ਗੁਰੂ ਸਹਾਈ ਹੋਣਗੇ, ਇਹ ਬਚਨ ਬੜਾ ਵੱਡਾ ਹੈਗਾ ਜੀ। ਹਾਂਜੀ, ਪ੍ਰਥਮ ਕ੍ਰਿਤ ਹਨੂਮਾਨ ਸਮਾਨਾ ਅਦਕ ਕਰਨ ਕਹੋ ਅਬਹਿ ਪਿਆਨਾ। ਤੇ ਪਹਿਲਾ ਕਾਰਜ ਵੀ ਬਾਬਾ ਜੀ ਨੇ ਬਹੁਤ ਵੱਡਾ ਕੀਤਾ, ਪਰ ਹੁਣ ਹੋਰ ਵੱਡਾ ਕੰਮ ਹੋ ਰਿਹਾ ਜੀ। ਹਾਂਜੀ, ਜਗ ਬੰਧਨ ਕਰ ਝੁਕਿਓ ਗਾਰੀ। ਜਦੋਂ ਬਾਬਾ ਜੀ ਨੇ ਐ ਮੱਥਾ ਅੱਗੇ ਰੱਖ ਕੇ ਨਮਸਕਾਰ ਕੀਤੀ ਨਾ ਜੀ, ਤੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਹਾਂਜੀ ਥਾਪੀ ਦੀਨ ਗੁਰੂ ਬਲ ਭਾਰੀ। ਹੁਣ ਮਹਾਰਾਜ ਜੀ ਦੀ ਆਪਣੀ ਮੌਜ ਹੈ ਜੀ। ਸੱਚੇ ਪਾਤਸ਼ਾਹ ਨੇ ਥਾਪੀ ਦਿੱਤੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਿਆ ਗੁਰੂ ਜੀ ਸਹਾਈ ਹੋਣਗੇ ਵਿਧੀ ਚੰਦ। ਹਾਂਜੀ, ਜਿਮ ਚਿਤ ਚਾਹੇ ਕਰੇ ਗਹੁ ਸੋ। ਜਿਸ ਤਰ੍ਹਾਂ ਤੇਰੇ ਹਿਰਦੇ ਵਿੱਚ ਆਵੇ ਤੂੰ ਉਸੇ ਤਰ੍ਹਾਂ ਹੀ ਕਰੀ। ਕਹਿਣ ਲੱਗੇ ਹਾਂਜੀ, ਤੋਵ ਕ੍ਰਿਤ ਕੋ ਅਟਕਾਏ ਨਾ ਕੋ। ਤੇ ਨਾਲੇ ਮਹਾਰਾਜ ਨੇ ਬਚਨ ਕਰਤਾ। ਮਹਾਰਾਜ ਕਹਿਣ ਲੱਗੇ ਵਿਧੀ ਚੰਦ ਤੇਰੇ ਕੰਮ ਵਿੱਚ ਕੋਈ ਰੋੜਾ ਨਹੀਂ ਬਣੇਗਾ। ਕਹਿਣ ਲੱਗੇ ਤੇਰੇ ਕੰਮ ਆਪੇ ਹੀ ਹੋਈ ਜਾਣਗੇ ਸਾਰੇ। ਕੱਜ ਕੇ ਆਖੋ ਵਾਹਿਗੁਰੂ। ਹੁਣ ਇਹ ਗੱਲਾਂ ਛੋਟੀਆਂ ਜੀ ਕਿਤੇ, ਸੱਚੇ ਪਾਤਸ਼ਾਹ ਇਹ ਬਚਨ ਕਹਿ ਦੇਣਾ। ਮਹਾਰਾਜ ਕਹਿੰਦੇ ਕੋਈ ਅਟਕਣਾ ਨਹੀਂ ਪਏਗੀ, ਸਭ ਕੰਮ ਆਪੇ ਹੋਈ ਜਾਣਗੇ। ਹਾਂਜੀ, ਤੋਵ ਬੁੱਧ ਸਭ ਕੇ ਉੱਪਰ ਛਾਵੈ। ਤੁਸੀਂ ਇੱਕ ਵਾਰੀ ਜਾਓ ਤੇ ਸਹੀ, ਤੁਹਾਡਾ ਪ੍ਰਭਾਵ ਸਾਰਿਆਂ ਦੇ ਉੱਤੇ ਛਾ ਜਾਏਗਾ। ਕਹਿਣ ਲੱਗੇ ਹਾਂਜੀ, ਤੇਰੀ ਬੁੱਧੀ ਦਾ ਪ੍ਰਭਾਵ ਸਾਰਿਆਂ ਦੇ ਉੱਤੇ ਛਾ ਜਾਏਗਾ। ਜੋ ਤੂੰ ਆਖੇਗਾ ਉਹਨਾਂ ਚੁੱਪ ਕਰਕੇ ਤੇਰੀਆਂ ਗੱਲਾਂ ਮੰਨੀ ਜਾਣਗੀਆਂ ਜੀ। ਤੇ ਹੋਇਆ ਵੀ ਇਸੇ ਤਰ੍ਹਾਂ ਜੀ। ਬਚਨ ਬੜਾ ਵੱਡਾ ਜੀ। ਗੁਰਮੁਖੋ, ਆਮ ਬੰਦਾ ਹੋਵੇ ਤੇ ਜਿਹਦੇ ਤੇ ਗੁਰੂ ਦਾ ਹੱਥ ਹੋਵੇ, ਬੜਾ ਫਰਕ ਹੁੰਦਾ ਜੀ। ਸੱਚੇ ਪਾਤਸ਼ਾਹ ਨੇ ਹੱਥ ਰੱਖਿਆ।
ਮਹਾਰਾਜ ਕਹਿੰਦੇ ਤੁਹਾਡੀ ਬੁੱਧੀ ਦਾ ਪ੍ਰਭਾਵ ਸਾਰਿਆਂ ਤੇ ਪੈ ਜਾਏਗਾ। ਹਾਂਜੀ। ਮਾਰ ਬਪਰੇ ਸੁਰ ਨਹਿ ਲਖ ਪਾਵੇ। ਤੇ ਹੋਰ ਬਚਨ ਗੁਰੂ ਛੇਵੇਂ ਪਾਤਸ਼ਾਹ ਨੇ ਕੀਤਾ। ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਕਹਿਣ ਲੱਗੇ ਬਿਧੀ ਚੰਦ ਮਨੁੱਖ ਕੀ ਚੀਜ਼ ਹੈਗੇ ਨੇ, ਜਿਹੜਾ ਤੁਸੀਂ ਕੌਤਕ ਕਰੋਗੇ ਦੇਵਤਿਆਂ ਨੂੰ ਵੀ ਸਮਝ ਨਹੀਂ ਆਏਗਾ। ਕਹਿਣ ਲੱਗੇ ਦੇਵਤਿਆਂ ਨੂੰ ਵੀ ਨਹੀਂ ਸਮਝ ਆਏਗਾ, ਤੁਸੀਂ ਚੱਲੋ ਤੇ ਸਹੀ। ਹਾਂਜੀ। ਲੈ ਬਾਰ ਲਵਪੁਰ ਮਾਰਗ ਪਰਿਓ। ਬੜੇ ਬਚਨ ਕੀਤੇ ਸੱਚੇ ਪਾਤਸ਼ਾਹ ਨੇ, ਇਸ ਤਰ੍ਹਾਂ ਦੇ ਬਚਨ ਕੀਤੇ, ਬਚਨ ਦੇ ਦੇ ਕੇ ਤੋਰਿਆ ਗੁਰੂ ਸਾਹਿਬ ਨੇ। ਕੋਈ ਅਟਕਣਾ ਨਹੀਂ ਬਣੇਗੀ, ਜਿਵੇਂ ਆਖੋਗੇ ਉਵੇਂ ਹੀ ਹੋਈ ਚੱਲੇਗਾ। ਸਤਿਗੁਰੂ ਜੀ ਸਹਾਈ ਹੋਣਗੇ। ਇਹ ਬਚਨ ਕੀਤੇ, ਇਹ ਬਚਨ ਲੈ ਕੇ ਬਾਬਾ ਬਿਧੀ ਚੰਦ ਜੀ ਚਾਈ ਚਾਈ ਤੁਰ ਪਏ ਜੀ। ਹਾਂਜੀ। ਔਰ ਨਿਸ਼ੰਕ ਕਿਸ ਤਰਾਸਨ ਧਰਿਓ। ਤੇ ਗੁਰਮੁਖੋ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਰੱਖਿਆ ਬਾਬਾ ਜੀ ਨੇ ਵੀ ਮੇਰਾ ਹੁਣ ਗਾਂ ਜਾ ਕੇ ਕੀ ਬਣੇਗਾ। ਹੱਦ ਹੋ ਗਈ। ਦਿਨ 2 ਨਹੀਂ ਪਏ ਜੀ ਵਿੱਚ ਜੀ। ਹਾਂਜੀ। ਵੱਧ ਤੋਂ ਵੱਧ 2-3 ਦਿਨ ਬਾਬਾ ਜੀ ਰਹੇ ਜੀ ਤੇ ਫਿਰ ਤੁਰ ਪਏ ਜੀ ਹੁਣ। ਹਾਂਜੀ। ਤੇ 2-3 ਦਿਨ ਤਾਜੀ ਤੇ ਘਟਨਾ ਹੋਈ ਹੈ ਜੀ। ਤੇ ਬਾਬਾ ਜੀ ਫਿਰ ਤੁਰ ਪਏ ਤੇ ਉਧਰੋਂ ਸਖਤੀਆਂ ਵੀ ਪੂਰੀਆਂ ਤੇ ਪੈਰੇ ਪੂਰੇ ਲੱਗ ਚੁੱਕੇ ਸੀ। ਤੇ ਬਾਬਾ ਜੀ ਨੇ ਡਰ ਹੀ ਕੋਈ ਨਹੀਂ ਰੱਖਿਆ। ਗੁਰੂ ਸਾਹਿਬ ਦੇ ਬਚਨਾਂ ਤੇ ਕਿੰਨਾ ਭਰੋਸਾ ਜੀ ਉਹਨਾਂ ਨੂੰ। ਭਰੋਸੇ ਦੀ ਗੱਲ ਚਾਈ ਤੁਰ ਪਏ ਜੀ। ਹਾਂਜੀ। ਤਿਸ ਪਿਛੇ ਸ੍ਰੀ ਸਤਿਗੁਰ ਰਹੈ। ਉਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਾਈ ਰੂਪੇ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਰਹੇ ਜੀ। ਹਾਂਜੀ। ਜੋਦਾ ਜੋਦ ਬਿਨੈ ਬਚ ਕਹੈ। ਰਾਏ ਜੋਧ ਜਿਹਨੂੰ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਗੁਰੂ ਚਿਤ ਆਵੇ, ਉਹਦੇ ਹਿਰਦੇ 'ਚ ਐਸੇ ਸਤਿਗੁਰੂ ਜੀ ਵਸੇ ਨੇ। ਰਾਏ ਜੋਧ ਉਰੋਂ ਦਾ ਹੀ ਸੱਚੇ ਪਾਤਸ਼ਾਹ ਦੇ ਲਾਗੇ ਬੈਠਾ ਹੈ। ਹਾਂਜੀ। ਡੇਰਾ ਪਰਿਓ ਭਇਓ ਚਿਰਕਾਲਾ। ਹਾਂਜੀ। ਮੋਰ ਕਾਮਨਾ ਹਿਰਦੇ ਬਸਾਲਾ। ਰਾਏ ਜੋਧ ਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ ਬੜਾ ਚਿਰ ਹੋ ਗਿਆ ਆਪ ਜੀ ਇਸ ਸਥਾਨ ਤੇ ਟਿਕੇ ਹੋ ਤੇ ਮੇਰਾ ਇੱਕ ਮਨੋਰਥ ਹੈ, ਮੇਰੀ ਇੱਕ ਇੱਛਾ ਹੈ। ਹਾਂਜੀ। 30 ਕੋਸ ਇਸ ਥਲ ਤੇ ਪੁਰ ਹੈ। 3 ਕੋਸ ਸੱਚੇ ਪਾਤਸ਼ਾਹ 3 ਕੋ ਇਥੋਂ ਦੂਰੀ ਤੇ ਮਹਾਰਾਜ ਤੁਹਾਡੇ ਸੇਵਕ ਦਾ ਘਰ ਹੈ। ਹਾਂਜੀ। ਭਾਵ ਰਾਏ ਜੋਧ ਦਾ ਰਾਜ ਮਹਿਲ ਸੀਗਾ ਜੀ। ਹਾਂਜੀ। ਤਹ ਤੁਮਰੇ ਸੇਵਕ ਕੋ ਘਰ ਹੈ। ਮਹਾਰਾਜ ਉੱਥੇ ਤੁਹਾਡੇ ਸੇਵਕ ਦਾ ਘਰ ਹੈ, ਇਥੋਂ 3 ਕੋ ਦੂਰੀ ਤੇ। ਹਾਂਜੀ। ਕਰੁਣਾ ਕਰਹੁ ਚਰਨ ਨਿਜ ਪਾਵਹੁ। ਇਹ ਸੱਚੇ ਪਾਤਸ਼ਾਹ ਕਰੋ ਕਿਰਪਾ, ਦਇਆ ਕਰੋ, ਉਸ ਪਾਸੇ ਹੁਣ ਚਰਨ ਪਾਓ। ਮਹਾਰਾਜ ਆਪ ਜੀ ਨੂੰ ਇੱਥੇ ਬੈਠਿਆਂ ਨੂੰ ਬੜਾ ਸਮਾਂ ਹੋਇਆ। ਹਾਂਜੀ। ਪਾਵਨ ਹੋਏ ਮੋਹਿ ਮਨ ਭਾਵਹੁ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਿਤੇ ਉਹ ਥਾਂ ਵੀ ਪਵਿੱਤਰ ਹੋ ਜੇ ਤੁਹਾਡੇ ਚਰਨਾਂ ਨਾਲ। ਹਾਂਜੀ। ਮੇਰੇ ਮਨ ਦੀ ਭਾਵਨਾ ਵੇਖ ਲਓ, ਇੱਕ ਬਚਨ ਨੇ ਕਿੰਨਾ ਜੀਵਨ ਬਦਲ ਦਿੱਤਾ ਜੀ ਰਾਏ ਜੋਧ ਦਾ। ਸਾਰਾ ਜਿਵੇਂ ਆਪਾਂ ਨਹੀਂ ਕਹਿੰਦੇ ਕਿਸੇ ਦੀ ਮੈਮਰੀ ਡਿਲੀਟ ਕਰ ਦੇਣੀ ਜੀ ਤੇ ਨਵਾਂ ਹੀ ਸੇਫ ਹੋ ਜਾਣਾ, ਉਵੇਂ ਕੰਮ ਹੋਇਆ ਪਿਆ ਜੀ ਸਾਰਾ। ਰਾਏ ਜੋਧ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਤੇ ਮਹਾਰਾਜ ਕਿਰਪਾ ਕਰੋ ਉਸ ਪਾਸੇ ਚੱਲੋ ਹੁਣ। ਹਾਂਜੀ। ਦੇਹੋ ਦਾਸ ਕੋ ਚੱਲ ਵਡਿਆਈ। ਹਾਂਜੀ। ਤਹਾਂ ਕਰੋ ਕੁਛ ਦਿਵਸ ਬਤਾਈ। ਮਹਾਰਾਜ ਉੱਥੇ ਵੀ ਕੁਝ ਦਿਨ ਸਫਲੇ ਕਰੋ, ਸੰਗਤਾਂ ਨੂੰ ਉੱਥੇ ਵੀ ਦਰਸ਼ਨ ਦਿਓ, ਉਸ ਧਰਤੀ ਨੂੰ ਵੀ ਤੁਹਾਡੇ ਆਉਣ ਦੇ ਨਾਲ ਭਾਗ ਲੱਗਣ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਿੱਖ ਨੇ ਗੁਰਦੁਆਰਿਆਂ ਦੇ ਦਰਸ਼ਨ ਕਿਉਂ ਕਰਨੇ ਜੀ? ਖਾਸ ਕਰਕੇ ਇਤਿਹਾਸਕ ਸਥਾਨਾਂ ਦੇ। ਉਹਦਾ ਕਾਰਨ ਇਹ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਂ ਪਵਿੱਤਰ ਹੋ ਜਾਂਦਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਉਸ ਥਾਂ ਨੂੰ ਵੀ ਪਵਿੱਤਰ ਕਰੋ। ਹਾਂਜੀ। ਅੱਗੇ ਕਹਿਤ ਰਹਿਓ ਬਹੁ ਬਾਰੀ। ਦੇਖ ਭਾਓ ਬਹੁ ਕੀਨ ਸਤਿਆਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਰਾਏ ਜੋਧ ਪੂਰੀ ਭਾਵਨਾ ਨਾਲ ਕਹਿ ਰਿਹਾ ਜੀ। ਹਾਂਜੀ। ਜਦੋਂ ਰਾਏ ਜੋਧ ਦੀ ਪੂਰੀ ਭਾਵਨਾ ਵੇਖੀ ਨਾ ਜੀ, ਫਿਰ ਮਹਾਰਾਜ ਨੇ ਚੱਲਣ ਦੀ ਤਿਆਰੀ ਕੀਤੀ ਜੀ। ਭਾਈ ਰੂਪੇ ਨਗਰ ਤੋਂ ਚੱਲਣ ਦੀ ਤਿਆਰੀ ਕੀਤੀ ਸੱਚੇ ਪਾਤਸ਼ਾਹ ਨੇ। ਹਾਂਜੀ। ਸਾਧੂ ਰੂਪ ਚੰਦ ਤਬ ਜਾਣੇ। ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਤੇ ਤਿਆਰੀਆਂ ਕਰਨ ਦੇ ਨੇ। ਹਾਂਜੀ। ਸਾਧੂ ਜੀ ਤੇ ਰੂਪ ਚੰਦ ਜੀ ਨੂੰ ਪਤਾ ਲੱਗ ਗਿਆ, ਦੋਵੇਂ ਪਿਓ ਪੁੱਤ ਨੂੰ ਜੀ। ਹਾਂਜੀ। ਆਏ ਜੋਰ ਕਰ ਗਿਰਾ ਬਖਾਨੇ। ਉਸੇ ਵੇਲੇ ਮਹਾਰਾਜ ਦੇ ਸਾਹਮਣੇ ਆ ਗਏ ਤੇ ਭਾਈ ਸਾਧੂ ਜੀ ਤੇ ਭਾਈ ਰੂਪਾ ਜੀ
ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗ ਪਏ। ਗੁਰਮੁਖੋ, ਭਾਈ ਰੂਪਾ ਜੀ ਦੀ ਉਮਰ ਮਸਾਂ ਹੀ ਉਦੋਂ ਵੱਧ ਤੋਂ ਵੱਧ ਨਹੀਂ ਤੇ 15 ਕੁ ਸਾਲਾਂ ਦੀ ਹੋਏਗੀ ਜੀ। ਇਹਦੇ ਤੋਂ ਵੱਧ ਨਹੀਂ ਜੀ, ਘੱਟ ਭਾਵੇਂ ਹੋਵੇ, ਵੱਧ ਨਹੀਂ ਹੈਗੀ ਜੀ। ਹਾਂਜੀ, ਤੇ ਗੁਰੂ ਸਾਹਿਬ ਨੇ ਤੇ ਇਹਨਾਂ ਪਿਓ ਪੁੱਤਾਂ ਨੂੰ ਪਹਿਲਾਂ ਹੀ ਬੜਾ ਨਿਹਾਲ ਕੀਤਾ ਜੀ। ਇਹਨਾਂ ਦੇ ਨਾਮ ਦਾ ਹੀ ਇਲਾਕਾ ਵਸਾ ਦਿੱਤਾ ਜੀ। ਹਾਂਜੀ, ਤੇ ਅਜੇ ਤੇ ਭਾਈ ਰੂਪਾ ਜੀ ਦੀ ਉਮਰ ਵੀ ਅਜੇ ਏਡੀ ਵੱਡੀ ਨਹੀਂ ਹੈਗੀ। ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਰੂਪੇ ਨੂੰ ਆਖਿਆ ਸੀ, ਭਾਈ ਰੂਪੇ, ਤੇਰੇ ਘਰ 7 ਪੁੱਤ ਪੈਦਾ ਹੋਣਗੇ, ਸਾਰੇ ਹੀ ਸਿੱਖ ਬਣਨਗੇ। ਹਾਂਜੀ, ਭਾਈ ਸਾਧੂ ਜੀ ਤੇ ਭਾਈ ਰੂਪਾ ਜੀ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ ਨੂੰ। ਹਾਂਜੀ, ਹਮ ਭੀ ਰਾਵਰ ਸਾਥ ਸਿਧਾਰ ਮਹਾਰਾਜ, ਜੇ ਘੋੜੇ ਵਿਛੋੜਾ ਨਹੀਂ ਸਹਿ ਸਕਦੇ ਇੱਕ ਦੂਜੇ ਦਾ, ਤੇ ਵਿਛੋੜਾ ਤੇ ਅਸੀਂ ਵੀ ਨਹੀਂ ਸਹਿ ਸਕਦੇ। ਮਹਾਰਾਜ ਗਰੀਬ ਨਵਾਜ, ਅਸੀਂ ਤੁਹਾਡੇ ਨਾਲ ਹੀ ਜਾਣਾ ਜਿੱਥੇ ਤੁਸੀਂ ਜਾਓਗੇ। ਹਾਂਜੀ, ਗਨ ਸੇਵਕ ਸਮ ਸੇਵਾ ਕਰ ਤੇ ਹੈ। ਮਹਾਰਾਜ ਸੇਵਕਾਂ ਵਾਂਗ, ਨੌਕਰਾਂ ਵਾਂਗ, ਜਿੱਥੇ ਮਹਾਰਾਜ ਤੁਸੀਂ ਕਹੋਗੇ ਅਸੀਂ ਡਟ ਜਾਣਾ। ਅਸੀਂ ਤੇ ਸੇਵਾ ਕਰਨੀ ਤੁਹਾਡੇ ਨਾਲ ਰਹਿ ਕੇ। ਹਾਂਜੀ, ਦਰਸ਼ਨ ਕਰਤ ਰਹੇ ਆਨੰਦ ਹੈ। ਹੁਣ ਇਹ ਤੇ ਉਹਨਾਂ ਸਿੱਖਾਂ ਨੂੰ ਹੀ ਪਤਾ ਜੀ, ਦੋਵਾਂ ਨੂੰ, ਵੀ ਦਰਸ਼ਨ ਕਰ ਕਰਕੇ ਉਹਨਾਂ ਨੂੰ ਕੀ ਆਨੰਦ ਆਉਂਦੇ ਆ ਜੀ। ਭਾਈ ਸਾਧੂ ਜੀ ਤੇ ਭਾਈ ਰੂਪਾ ਜੀ ਕਹਿ ਰਹੇ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ, ਤੁਹਾਡੇ ਦਰਸ਼ਨ ਕਰਦੇ ਰਹਿੰਦੇ, ਅੰਦਰ ਆਨੰਦ ਬਣਿਆ ਰਹਿੰਦਾ, ਅੰਦਰ ਖੇੜਾ ਬਣਿਆ ਰਹਿੰਦਾ ਸੱਚੇ ਪਾਤਸ਼ਾਹ। ਹਾਂਜੀ, ਹੋਏ ਜਨਮ ਨਰ ਸਫਲ ਬਿਲੰਦ ਹੈ। ਮਹਾਰਾਜ ਤੁਹਾਡੇ ਤੇ ਦਰਸ਼ਨ ਕਰ ਕਰ ਹੀ ਸਾਡਾ ਮਨੁੱਖਾ ਜਨਮ ਸਫਲ ਹੋਈ ਜਾ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ, ਇਹ ਤੇ ਇੱਕ ਸਾਧੂ ਵਿੱਚ ਤਾਕਤ। ਸੱਚੇ ਪਾਤਸ਼ਾਹ ਤੇ ਵੱਡੇ ਸਾਧ ਕਾ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਬਸ ਇਹੋ ਹੀ ਗੱਲ ਹੈ। ਮਹਾਰਾਜ ਤੁਹਾਡੇ ਤੇ ਦਰਸ਼ਨ ਕਰ ਕਰਕੇ ਤੁਹਾਡੇ ਦਰਸ਼ਨ ਅਸੀਂ ਨਿਹਾਲ ਹੋ ਰਹੇ, ਸਾਡਾ ਮਨੁੱਖਾ ਜਨਮ ਸਫਲਾ ਹੋ ਰਿਹਾ। ਹੁਣ ਇਸ ਪੰਕਤੀ ਦੇ ਵੀ 2 ਅਰਥ ਨੇ। ਜਿਹੜੇ ਗੁਰਮੁਖਾਂ ਦੀ ਸੰਗਤ ਕੀਤਿਆਂ, ਗੁਰੂ ਜੀ ਦੀ ਸੰਗਤ ਕੀਤਿਆਂ, ਜਿੱਥੇ ਬਾਹਰ ਦੇ ਦਰਸ਼ਨ ਹੁੰਦੇ ਨਾ ਜੀ, ਉੱਥੇ ਅੰਦਰ ਮਿਲਾਪ ਰਾਹੀਂ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਜੀ। ਇਸ ਤਰੀਕੇ ਨਾਲ ਵੀ ਬੰਦਾ ਨਿਹਾਲ ਹੋ ਜਾਂਦਾ ਜੀ। ਹਾਂਜੀ, ਬਿਸ਼ਰਨ ਨਹਿ ਮਨ ਭਾਏ ਹਮਾਰੇ। ਜਦੋਂ ਮਹਾਰਾਜ ਤੁਸੀਂ ਇੱਥੋਂ ਜਾਵੋਗੇ ਅਸੀਂ ਤੇ ਵਿਛੜ ਜਾਵਾਂਗੇ। ਹਾਂਜੀ, ਰਾਵਰ ਸੰਗ ਸਦਾ ਸੁਖ ਭਾਰੇ। ਬਸ ਇੰਨੀ ਕੁ ਗੱਲ ਦਾ ਹੀ ਚੇਤਾ ਰੱਖਣਾ, ਸਿੱਖ ਦਾ ਜੇ ਕਿਤੇ ਸੁੱਖ ਹੈ ਤੇ ਗੁਰੂ ਜੀ ਦੇ ਚਰਨਾਂ ਵਿੱਚ ਹੀ ਹੈਗਾ ਜੀ। ਗੁਰੂ ਜੀ ਦੇ ਚਰਨਾਂ ਤੋਂ ਲਾਂਭੇ ਕੋਈ ਸੁੱਖ ਨਹੀਂ ਚਾਹੇਗਾ। ਤੇ ਗੁਰਮੁਖੋ, ਕਿਸੇ ਵੀ ਧਰਤੀ ਤੇ ਰਹੀਏ, ਬਸ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਜੀ। ਹਾਂਜੀ, ਸੁੱਖ ਗੁਰੂ ਜੀ ਦੇ ਚਰਨਾਂ ਵਿੱਚ ਹੈ। ਹਾਂਜੀ, ਵੇਖੋ ਦੋਵੇਂ ਬਾਪ ਪੁੱਤ, ਹਾਂਜੀ ਬਾਪ ਬੇਟਾ, ਪਿਓ ਪੁੱਤ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਸਾਡਾ ਸੁੱਖ ਤੇ ਤੁਹਾਡੇ ਚਰਨਾਂ 'ਚ ਹੈਗਾ ਮਹਾਰਾਜ। ਜਿੱਥੇ ਤੁਸੀਂ ਰਹੋਗੇ ਉੱਥੇ ਸਾਡਾ ਸੁੱਖ ਹੈ ਸੱਚੇ ਪਾਤਸ਼ਾਹ। ਹਾਂਜੀ, ਸ੍ਰੀ ਸਤਿਗੁਰ ਕਹਿ ਧੀਰਜ ਦੀਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਧੀਰਜ ਦਿੱਤਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਪਤਾ ਸੱਚੇ ਪਾਤਸ਼ਾਹ ਕੀ ਕਹਿਣ ਲੱਗ ਪਏ ਜੀ। ਇੱਕ ਵਾਰੀ ਸਾਰੇ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਬਚਨ ਕਰਨ ਦੇ ਦੋਵਾਂ ਨਾਲ ਜੀ। ਹਾਂਜੀ, ਮੇਰੋ ਸੰਗ ਸਦਾ ਤੁਮ ਲੀਨਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਤੁਹਾਡਾ ਸਾਡਾ ਵਿਛੋੜਾ ਨਹੀਂ ਪੈ ਸਕਦਾ। ਕਹਿਣ ਲੱਗੇ, ਤੁਸੀਂ ਸਦਾ ਹੀ ਸਾਡਾ ਸੰਗ ਮਾਣ ਲਿਆ। ਕਹਿਣ ਲੱਗੇ, ਅਸੀਂ ਸਦਾ ਹੀ ਤੁਹਾਡੇ ਨਾਲ ਹੀ ਆ ਮਹਾਰਾਜ। ਕਹਿਣ ਲੱਗੇ, ਹਾਂਜੀ, ਅਬ ਤੁਮ ਕਹਿਓ ਮਾਨ ਪਰਵਾਸੋ। ਹੁਣ ਸਾਡਾ ਬਚਨ ਮੰਨੋ। ਕਹਿਣ ਲੱਗੇ, ਹੁਣ ਸਾਡਾ ਬਚਨ ਮੰਨੋ, ਤੁਸੀਂ ਆਪਣੀ ਪੁਰੀ ਵਿੱਚ ਰਹੋ, ਇਸ ਨਗਰ ਵਿੱਚ ਰਹੋ। ਗੁਰਮੁਖੋ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨਾ ਜੀ, ਭਾਵੇਂ ਨੂਰ ਸ਼ਾਹ ਜਾਦੂਗਰ ਨਹੀਂ ਸੀ, ਨੂਰ ਸ਼ਾਹ ਜਾਦੂਗਰਨੀ ਇੰਨੀ ਪ੍ਰਭਾਵਿਤ ਹੋ ਗਈ ਸੀ, ਉਹ ਗੁਰੂ ਸਾਹਿਬ ਨੂੰ ਕਹਿਣ ਲੱਗੀ ਵੀ ਮੈਂ ਤੁਹਾਡੇ ਨਾਲ ਹੀ ਰਹਿਣਾ ਜੀ, ਜਿੱਥੇ ਜਿੱਥੇ ਤੁਸੀਂ ਜਾਓਗੇ। ਬਹੁਤ ਅਸਥਾਨਾਂ ਤੇ ਗਏ। ਗੁਰੂ ਨਾਨਕ ਸਾਹਿਬ ਦੀ ਕਥਾ ਬਹੁਤ ਲੰਮਾ ਸਮਾਂ ਚੱਲੀ ਜੀ। ਮਹਾਰਾਜ ਬੜੇ ਹੀ ਅਸਥਾਨਾਂ ਤੇ ਗਏ ਗੁਰੂ ਨਾਨਕ ਸਾਹਿਬ। ਜਿੱਥੇ ਜਿੱਥੇ ਗਏ ਤਾਰਦੇ ਹੀ ਗਏ ਦੁਨੀਆ ਨੂੰ ਜੀ। ਰਾਖਸ਼ ਆਇਆ ਉਹਨੂੰ ਵੀ ਤਾਰਤਾ, ਕੋਈ ਆਇਆ ਉਹਨੂੰ ਵੀ ਤਾਰਿਆ। ਬੜੇ ਬੜੇ ਬੰਦਗੀ ਵਾਲੇ ਪੁਰਸ਼, ਉਹਨਾਂ ਦਾ ਅੰਦਰ ਵਿਕਾਸ ਨਹੀਂ ਸੀ ਹੋ ਰਿਹਾ, ਰੁਕਿਆ ਪਿਆ ਹੀ, ਉਹਨਾਂ ਨੂੰ ਗਾਂਹ ਤੋਰਿਆ। ਤੇ ਸੰਗਤ ਜੀ ਜਿੱਥੇ ਜਿੱਥੇ ਜਾਂਦੇ ਸਨ ਸਾਰੇ ਇੱਕੋ ਗੱਲ ਹੀ ਕਹਿੰਦੇ ਸੀ, ਮਹਾਰਾਜ ਅਸੀਂ ਤੁਹਾਡੇ ਨਾਲ ਹੀ ਜਾਣਾ। ਗੱਜ ਕੇ ਆਖੋ ਵਾਹਿਗੁਰੂ।
ਤੇ ਗੁਰੂ ਨਾਨਕ ਸਾਹਿਬ ਹਰ ਇੱਕ ਨੂੰ ਇੱਕੋ ਹੀ ਉਪਦੇਸ਼ ਦਿੰਦੇ ਰਹੇ, ਉਹ ਇਹ ਸੀ, ਸਰੀਰ ਨਾਲ ਮਿਲੋਗੇ ਤੇ ਵਿਛੋੜਾ ਪੈਦਾ ਹੋਏਗਾ। ਕਹਿਣ ਲੱਗੇ ਜੇ ਮੇਰੇ ਸਰੀਰ ਨਾਲ ਜੁੜ ਜਾਓਗੇ ਤੇ ਵਿਛੋੜਾ ਪੈਦਾ ਹੋ ਜਾਏਗਾ। ਆਤਮਾ ਨਾਲ ਜੁੜੋ, ਸ਼ਬਦ ਨਾਲ ਜੁੜੋ। ਸ਼ਬਦ ਨਾਲ ਮਿਲਿਆ ਹੋਇਆ ਸਿੱਖ ਸਾਡੇ ਤੋਂ ਕਦੀ ਵੀ ਦੂਰ ਨਹੀਂ ਹੋ ਸਕਦਾ। ਕਹਿਣ ਲੱਗੇ ਜਿਹੜਾ ਸ਼ਬਦ ਨਾਲ ਮਿਲਿਆ ਹੈ, ਸਰੀਰ ਨਾਲ ਤੇ ਵਿਛੋੜਾ ਹੀ ਹੋ ਜਾਏਗਾ। ਕਹਿਣ ਲੱਗੇ ਇਹੋ ਗੱਲ ਮਹਾਰਾਜ ਨੇ ਇਹਨਾਂ ਨੂੰ ਆਖੀ ਜੀ। ਮਹਾਰਾਜ ਕਹਿਣ ਲੱਗੇ ਅਸੀਂ ਤੁਹਾਡੇ ਕੋਲ ਆ, ਤੁਸੀਂ ਸਾਡੇ ਕੋਲ ਹੋ। ਕਹਿਣ ਲੱਗੇ ਹੁਣ ਸਾਡਾ ਬਚਨ ਮੰਨੋ। ਬਚਨ ਮੰਨਣਾ ਵੀ ਗੁਰੂ ਜੀ ਦੇ ਕੋਲ ਰਹਿਣ ਦੇ ਬਰਾਬਰ ਹੀ ਹੈਗਾ ਜੀ। ਜਿਹੜਾ ਬਚਨ ਮੰਨਣਾ ਨਾ ਜੀ, ਇਹ ਕੋਲ ਹੀ ਰਹਿਣਾ ਹੈ। ਮਹਾਰਾਜ ਕਹਿੰਦੇ ਇੱਥੇ ਇਸ ਨਗਰ ਵਿੱਚ ਰਹੋ ਤੇ ਜਿਹੜੀ ਸੇਵਾ ਦਿੱਤੀ ਲੰਗਰ ਚਲਾਉਣ ਦੀ, ਲੰਗਰ ਚਲਾਓ ਇੱਥੇ। ਹਾਂਜੀ, ਕਰਹੁ ਦੇਗ ਨਿਤ ਜਗਤ ਪ੍ਰਕਾਸ਼ਹੁ। ਜਗਤ ਵਿੱਚ ਬੜਾ ਪ੍ਰਕਾਸ਼ ਹੋਏਗਾ ਤੁਹਾਡਾ, ਬਹੁਤ ਦੁਨੀਆ ਜਾਣੇਗੀ ਤੁਹਾਨੂੰ। ਤੁਸੀਂ ਇਸੇ ਨਗਰ ਵਿੱਚ ਰਹੋ। ਹਾਂਜੀ, ਕਹਿਓ ਤੁਮਾਰੋ ਹੋਵੇ ਸਾਚਾ। ਕਿਉਂ ਗੁਰੂ ਸਾਹਿਬ ਨੂੰ ਜਦੋਂ ਭਾਈ ਰੂਪਾ ਜੀ ਨੇ ਆਖਿਆ ਸੀ ਵੀ ਮਹਾਰਾਜ ਅਸੀਂ ਸ਼ੂਦਰ ਹਾਂ ਤੇ ਸੱਚੇ ਪਾਤਸ਼ਾਹ ਸਾਨੂੰ ਤੇ ਪਿੰਡ ਦੇ ਲੋਕ ਨਹੀਂ ਕਈ ਬੁਰਾ ਭਲਾ ਕਹਿੰਦੇ ਨੇ। ਮਹਾਰਾਜ ਕਹਿੰਦੇ ਸੀ ਜੇ ਉਹ ਬੁਰਾ ਭਲਾ ਕਹਿੰਦੇ ਤਾਂ ਤੁਹਾਡੇ ਨਾਂ ਦਾ ਪਿੰਡ ਹੀ ਵਸਾ ਦਿੰਦੇ। ਕਹਿਣ ਲੱਗੇ ਤੁਹਾਡਾ ਅੱਡ ਵਸਾਉਂਦੇ ਆ। ਹਾਂਜੀ, ਮਹਾਰਾਜ ਕਹਿੰਦੇ ਇੱਥੇ ਰਹੋ, ਲੰਗਰ ਵਰਤਾਓ। ਤੇ ਨਾਲੇ ਕਹਿਣ ਲੱਗੇ ਕਹਿਓ ਤੁਮਾਰੋ ਹੋਵੇ ਸਾਚਾ। ਭਾਈ ਰੂਪਾ ਜੀ ਨੂੰ ਕਹਿਣ ਲੱਗੇ ਰੂਪਾ ਜੀ ਤੁਹਾਨੂੰ ਅਸੀਂ ਬਚਨ ਕੀਤਾ ਸੀ ਵੀ ਤੁਹਾਡੇ ਮੁਖੋਂ ਨਿਕਲੀ ਹੋਈ ਗੱਲ ਸੱਚੀ ਹੋ ਜਾਇਆ ਕਰੇਗੀ। ਹਾਂਜੀ, ਵਸ ਮਹਿ ਰਾਖੋ ਆਪਣੋ ਬਾਚਾ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਜੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਭਾਈ ਰੂਪਾ ਜੀ ਨੂੰ ਕਹਿ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੋਲ ਸੱਚ ਹੋ ਜਾਇਆ ਕਰਨਗੇ, ਬੋਲ ਬੜੇ ਵਸ ਵਿੱਚ ਰੱਖਣੇ ਆਪਣੇ। ਕਹਿਣ ਲੱਗੇ ਬੜੇ ਧਿਆਨ ਨਾਲ ਬੋਲਣਾ। ਕਹਿਣ ਲੱਗੇ ਗੁਰਮੁਖੋ ਜਿਉਂ ਜਿਉਂ ਅਵਸਥਾ ਵੱਡੀ ਹੁੰਦੀ ਜਾਂਦੀ ਤਿਉਂ ਤਿਉਂ ਜ਼ਿੰਮੇਵਾਰੀ ਵੀ ਵੱਧਦੀ ਜਾਂਦੀ ਸੀ ਬੰਦੇ ਦੀ। ਹਾਂਜੀ, ਤਿਉਂ ਤਿਉਂ ਹੋਰ ਧਿਆਨ ਰੱਖਣਾ ਪੈਂਦਾ। ਮਾਰਗ ਦਿਨੋਂ ਦਿਨ ਬਰੀਕ ਹੋਈ ਜਾਂਦਾ ਜੀ। ਜਿਉਂ ਜਿਉਂ ਬੰਦਾ ਇਸ ਰਸਤੇ ਤੇ ਤੁਰਦਾ ਹੈ ਦਿਨੋਂ ਦਿਨ ਇਹ ਮਾਰਗ ਬਰੀਕ ਹੁੰਦਾ ਜਾਂਦਾ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਆਪਣੇ ਬੋਲਾਂ ਨੂੰ ਵਸ ਵਿੱਚ ਰੱਖਣਾ। ਕਹਿਣ ਲੱਗੇ ਹਾਂਜੀ, ਜੇਨ ਕੈਨ ਥਲ ਕਹੀ ਹੈ ਨਾਹੀ। ਜੇ ਐਵੇਂ ਜੇਨ ਕੇਨ ਕਿਸੇ ਨੂੰ ਵੀ ਕੋਈ ਬਚਨ ਨਾ ਕਰਿਓ, ਜੇ ਕਰਿਓ ਤੇ ਬੜੇ ਧਿਆਨ ਨਾਲ ਕਰਿਓ। ਕਹਿਣ ਲੱਗੇ ਕਿਉਂ ਜੋ ਆਖੋਗੇ ਸੱਚਾ ਹੋ ਜਾਏਗਾ। ਇਹ ਬਚਨ ਭਲਾ ਕਦੋਂ ਕੀਤਾ ਸੀ? ਜਦੋਂ ਸ਼ਸਤਰ ਤੇ ਬਸਤਰ ਭਾਈ ਰੂਪਾ ਜੀ ਨੇ ਸੀਸ ਤੇ ਰੱਖ ਲਏ ਸੀਗੇ ਜੀ। ਮਹਾਰਾਜ ਨੇ ਕਿਹਾ ਹੀ ਹੁਣ ਤੁਹਾਡਾ ਬਚਨ ਹੀ ਸ਼ਸਤਰ ਹੋਏਗਾ। ਕਹਿਣ ਲੱਗੇ ਨਿਸਫਲ ਨਹੀਂ ਜਾਏਗਾ ਜੀ। ਹਾਂਜੀ, ਨਿਸ਼ਚੈ ਠਾਨੋ ਮਨ ਮਾਹੀ। ਬਸ ਇਹ ਗੱਲ ਹਿਰਦੇ 'ਚ ਪੱਕੀ ਰੱਖੋ, ਬੜੇ ਧਿਆਨ ਦੇ ਨਾਲ ਕਰਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਥੋਂ ਤੱਕ ਬੰਦਗੀ ਵਾਲੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਦੇਖਿਆ। ਬਚਨ ਤੇ ਠੀਕ ਹੈ, ਉਹ ਮਹਾਂਪੁਰਸ਼ ਸੋਚਦੇ ਵੀ ਬੜੇ ਧਿਆਨ ਨਾਲ ਹੁੰਦੇ ਹੈਗੇ ਜੀ। ਹਾਂਜੀ, ਜੋ ਸੋਚਣਾ ਉਹ ਹੋ ਹੀ ਜਾਂਦਾ ਹੁੰਦਾ ਜੀ। ਜੋ ਜੋ ਚਿਤ ਵੈ ਸਾਧ ਜਨ ਸੋ ਲੇਤਾ ਮਾਨ। ਹਾਂਜੀ, ਫਿਰ ਸੋਚਦੇ ਵੀ ਬੜੇ ਧਿਆਨ ਨਾਲ ਹੁੰਦੇ ਸਨ ਜੀ। ਸੋ ਮਹਾਰਾਜ ਨੇ ਇਹ ਬਚਨ ਭਾਈ ਰੂਪਾ ਜੀ ਦੇ ਨਾਲ ਕੀਤੇ ਜੀ। ਹਾਂਜੀ, ਆਪਣੇ ਗ੍ਰਾਮ ਕੀਜੀਐ ਵਾਸਾ ਹੋਇਆ ਧੀਰਗ ਬੰਸ ਪ੍ਰਕਾਸ਼ਾ। ਬਸ ਆਪਣੇ ਇਸ ਨਗਰ ਚ ਰਹੋ, ਤੁਹਾਡੀ ਕੁੱਲ ਬਹੁਤ ਵਧੇਗੀ ਫੁੱਲੇਗੀ। ਹਾਂਜੀ, ਬਿਦਤ ਹੈ ਜਗ ਮਹਿ ਬਹੁ ਵਡਿਆਈ ਹਲਤ ਪਲਤ ਲਿਹੋ ਸੁਖ ਸਮਦਾਈ। ਤੇ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਨ ਦੇ, ਗੁਰੂ ਸਾਹਿਬ ਬਚਨ ਕਰਨ ਦੇ ਨੇ। ਮਹਾਰਾਜ ਕਹਿੰਦੇ ਜਿੱਥੇ ਵਡਿਆਈਆਂ ਬਹੁਤ ਹੋਣਗੀਆਂ ਉੱਥੇ ਹਲਤ ਪਲਤ ਵਿੱਚ ਸੁੱਖ ਹੀ ਬਣੇ ਰਹਿਣਗੇ। ਕਹਿਣ ਲੱਗੇ ਹਾਂਜੀ, ਹੁਣ ਵੇਖੋ ਨਾ ਜੀ, ਆਮ ਬੰਦੇ ਨੂੰ ਤੇ ਹਲਤ ਦੀ ਪਈ ਹੁੰਦੀ ਜੀ, ਪਲਤ ਬਾਰੇ ਕੌਣ ਸੋਚਦਾ ਜੀ। ਪਰ ਮਹਾਰਾਜ ਕਹਿੰਦੇ ਦੋਵਾਂ ਥਾਵਾਂ ਤੇ ਸੁੱਖ ਬਣੇ ਰਹਿਣਗੇ। ਬਸ ਲੰਗਰ ਦਾ ਕਾਰਜ ਨਹੀਂ ਛੱਡਣਾ, ਲੰਗਰ ਵਰਤਾਈ ਜਾਣਾ ਜੀ। ਹਾਂਜੀ, ਕਈ ਰੀਤ ਕੇ ਚਲਿਤ ਹਮਾਰੇ ਕਰਬੇ ਜੰਗ ਅਨੇਕ ਪ੍ਰਕਾਰੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਰੂਪਾ ਜੀ ਅਸੀਂ ਸਦਾ ਨਹੀਂ ਇੱਥੇ ਰਹਿ ਸਕਦੇ। ਕਿਉਂ? ਕਈ ਪ੍ਰਕਾਰ ਦੇ ਕਾਰਜ ਕਰਨੇ, ਅਜੇ ਤੇ ਜੰਗ ਹੋਣੇ। ਕਹਿਣ ਲੱਗੇ ਹਾਂਜੀ, ਤੁਰਕ ਸੰਗ ਸੰਗਰਾਮ ਹਮਾਰਾ ਵੱਜਹਿ ਲੋਹ ਪਰ ਲੋਹ ਕਰਾਰਾ। ਤੇ ਮਹਾਰਾਜ ਕਹਿੰਦੇ ਅਜੇ ਤੇ ਲੋਹ ਨਾਲ ਲੋਹ ਵੱਜਣਾ।
ਤਲਵਾਰਾਂ ਚੱਲਣੀਆਂ ਨੇ, ਅਦੇ ਤੇ ਜੰਗ ਹੋਣੇ ਨੇ, ਅਸੀਂ ਇਸ ਸਥਾਨ ਤੇ ਨਹੀਂ ਰਹਿ ਸਕਦੇ, ਸਾਨੂੰ ਅੱਗੇ ਜਾਣਾ ਪੈਣਾ। ਹਾਂਜੀ। ਸ਼ੁਭ ਸੰਤਨ ਕੀ ਰੀਤ ਤੁਮਾਰੀ, ਸੇਵਹ ਦੇਖ ਸਕਲ ਨਰ ਨਾਰੀ। ਸ਼ੁਭ ਸੰਤਾਂ ਵਾਲੀ ਰੀਤੀ ਤੁਹਾਡੀ, ਸੰਤਾਂ ਵਾਲੀ ਸ਼ੁਭ ਰੀਤੀ ਹੈ ਤੁਹਾਡੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਸ ਕੋਈ ਵੀ ਆਵੇ ਇਸ ਨਗਰ ਵਿੱਚ ਲੰਗਰ ਤੋਂ ਬਗੈਰ ਨਾ ਉਹਨਾਂ ਨੂੰ ਜਾਣ ਦਿਓ। ਹਾਂਜੀ। ਸੁਣ ਗੁਰ ਆਗਿਆ ਹਿਰਦੇ ਆਨੰਦੇ, ਹਾਥ ਜੋਰ ਪਦ ਪੁਨ ਪੁਨ ਬੰਦੇ। ਗੁਰੂ ਜੀ ਦੀ ਆਗਿਆ ਸੁਣ ਕੇ ਦੋਵੇਂ ਬਾਪ ਪੁੱਤ ਆਨੰਦ ਚ ਆ ਗਏ ਤੇ ਹਾਥ ਜੋਰ ਪਦ ਪੁਨ ਪੁਨ ਬੰਦੇ, ਬਾਰ ਬਾਰ ਨਮਸਕਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਰਨ ਦੇ। ਅਸੀਂ ਵੀ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਰ ਬਾਰ ਨਮਸਕਾਰ ਕਰਨ ਦੇ ਦੋਵੇਂ। ਹਾਂਜੀ। ਰੂਪ ਚੰਦ ਕੀ ਜਨਨੀ ਆਈ। ਰੂਪ ਚੰਦ ਜੀ ਦੀ ਮਾਤਾ ਜੀ ਨੂੰ ਪਤਾ ਲੱਗ ਗਿਆ ਜੀ, ਭਾਈ ਆਕੁਲ ਜੀ ਦੀ ਧੀ ਨੂੰ। ਹਾਂਜੀ। ਵੇਖੋ ਕਿੰਨੇ ਵੱਡੇ ਭਾਗ ਸਨ ਇਸ ਇਸਤਰੀ ਦੇ। ਜਦੋਂ ਵਿਆਹ ਹੋਇਆ ਉਦੋਂ ਤੇ ਪਤਾ ਹੀ ਨਹੀਂ ਸੀ ਵੀ ਇਹ ਕੰਮ ਬਣਨਾ। ਹਾਂਜੀ। ਪਰ ਬਾਅਦ ਵਿੱਚ ਕਿੰਨੀਆਂ ਬਖਸ਼ਿਸ਼ਾਂ ਹੋਈਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਕੋਲ ਭਾਈ ਰੂਪ ਚੰਦ ਜੀ ਦੇ ਮਾਤਾ ਜੀ ਵੀ ਆਏ ਜੀ। ਹਾਂਜੀ। ਪਦ ਅਰਬਿੰਦਨ ਸੋ ਲਪਟਾਈ। ਉਹਨਾਂ ਵੀ ਨਮਸਕਾਰ ਕੀਤੀ ਮਹਾਰਾਜ ਦੇ ਚਰਨਾਂ ਤੇ। ਮਹਾਰਾਜ ਸੱਚੇ ਪਾਤਸ਼ਾਹ ਵਿਛੋੜਾ ਦੇ ਰਹੇ ਹੋ ਸਾਨੂੰ। ਹਾਂਜੀ। ਦੇ ਕਰ ਧੀਰਜ ਪ੍ਰਭੂ ਉਧਾਰੇ। ਸੱਚੇ ਪਾਤਸ਼ਾਹ ਮਹਾਰਾਜ ਨੇ ਧੀਰਜ ਦਿੱਤਾ, ਵਿਛੋੜਾ ਨਹੀਂ, ਅਸੀਂ ਸਦਾ ਹੀ ਤੁਹਾਡੇ ਕੋਲ ਆ ਕਹਿਣ ਲੱਗੇ। ਹਾਂਜੀ। ਭਏ ਤੁਰੰਗਮ ਪਰ ਸਵਾਰੇ। ਤੇ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਗਏ ਜੀ। ਹਾਂਜੀ। ਨਾਮ ਜਾਣ ਭਾਈ ਗੁਰ ਧਰਿਓ। ਤੇ ਦਿਲ ਬਾਗ ਦਾ ਨਾਮ ਪਤਾ ਮਹਾਰਾਜ ਨੇ ਕੀ ਰੱਖਿਆ? ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਦਿਲ ਬਾਗ ਦਾ ਨਾਮ ਮਹਾਰਾਜ ਨੇ ਜਾਨ ਭਾਈ ਰੱਖਿਆ ਜੀ। ਜਾਨ ਭਾਈ। ਮਹਾਰਾਜ ਕਹਿੰਦੇ ਹੁਣ ਇਸ ਘੋੜੇ ਦਾ ਨਾਮ ਜਾਨ ਭਾਈ ਹੋਏਗਾ ਸਾਡੇ। ਹਾਂਜੀ। ਤਿਸ ਪਰ ਜੀਨ ਪਾਏ ਬੋ ਕਰਿਓ। ਉਹਦੇ ਤੇ ਕਾਠੀ ਪਵਾ ਦਿੱਤੀ, ਉਹ ਜਿਹੜੀ 1.25 ਲੱਖ ਦੀ ਭਾਈ ਸਾਹਿਬ ਲੈ ਕੇ ਆਏ ਸਨ ਨਾ ਜੀ, ਉਹਦੇ ਤੇ ਉਹ ਕਾਠੀ ਪਵਾ ਦਿੱਤੀ। ਜਬ ਗੁਰ ਜਬ ਜੁਗ ਮਿਲੇ ਹਰਖਿਉਰ ਭਰੈ। ਤੇ ਸੱਚੇ ਪਾਤਸ਼ਾਹ ਕਹਿੰਦੇ ਇਸ ਘੋੜੇ ਨੂੰ ਅੱਗੇ ਅੱਗੇ ਲਾਓ ਕਹਿਣ ਲੱਗੇ। ਸੰਗਤ ਨੂੰ ਵੀ ਪਤਾ ਲੱਗੇ ਵੀ ਬਾਦਸ਼ਾਹ ਨੇ ਸੰਗਤ ਕੋਲੋਂ ਵਸਤੂ ਖੋਈ ਸੀ ਤੇ ਗੁਰੂ ਕੇ ਸਿੱਖ ਬਾਦਸ਼ਾਹ ਦੇ ਕਿਲੇ ਵਿੱਚੋਂ ਵਸਤੂ ਕੱਢ ਕੇ ਲੈ ਕੇ ਆਏ ਜੀ। ਸੰਗਤ ਨੂੰ ਵੀ ਪਤਾ ਲੱਗੇ। ਹਾਂਜੀ। ਸਿੱਖ ਕਹਿੰਦੇ ਮਹਾਰਾਜ ਜਾਨ ਭਾਈ ਤੇ ਸਵਾਰੀ ਕਰੋ। ਹਾਂ। ਮਹਾਰਾਜ ਕਹਿੰਦੇ ਜਿੰਨਾ ਚਿਰ ਤੱਕ ਇਹਦਾ ਦੂਜਾ ਸਾਥੀ ਨਹੀਂ ਆਏਗਾ ਉਹਨਾਂ ਚਿਰ ਤੱਕ ਸਵਾਰੀ ਨਹੀਂ ਕਰਨੀ ਕਹਿਣ ਲੱਗੇ। ਇਹਦੇ ਤੇ ਦੋਵੇਂ ਇਕੱਠੇ ਹੀ ਹੋਣਗੇ ਫਿਰ ਵੇਖਾਂਗੇ, ਅਜੇ ਇਕੱਲੇ ਤੇ ਨਹੀਂ ਸਵਾਰੀ ਕਰਨੀ। ਹਾਂਜੀ। ਤੋ ਸਵਾਰੀ ਹਮੇਸ ਕਰਾਂ। ਰਾਜ ਕਹਿੰਦੇ ਦੂਜਾ ਆ ਲੈਂਦੇ ਹੋ ਫਿਰ ਸਵਾਰੀ ਕਰਾਂਗੇ। ਹੁਣ ਇਹ ਤੇ ਸੰਗਤ ਦਾ ਬਚਨ ਸੀ ਵੀ ਮਹਾਰਾਜ ਘੋੜੇ ਵਾਪਸ ਹੋਣੇ ਚਾਹੀਦੇ ਨੇ। ਹੁਣ ਵੇਖ ਲਓ ਇੰਨਾ ਵਧੀਆ ਘੋੜਾ ਜਦੋਂ ਦਾ ਆਇਆ ਗੁਰੂ ਸਾਹਿਬ ਨੇ ਇੱਕ ਵਾਰੀ ਵੀ ਇਹ ਸਵਾਰੀ ਨਹੀਂ ਕੀਤੀ ਜੀ। ਹਾਂਜੀ। ਅੱਜ ਦੀ ਭਾਸ਼ਾ ਵਿੱਚ ਕਹਿ ਦਿਆਂ ਤੇ ਵੱਡੀ ਫੋਰਚੂਨਰ ਗੱਡੀ ਬੰਦੇ ਦੇ ਘਰ ਵਿੱਚ ਆ ਕੇ ਖਲੋਤੀ ਹੋਵੇ ਤੇ ਬੰਦਾ ਉਹਦੇ ਚ ਬੈਠੇ ਨਾ ਜੀ। ਇਹੋ ਹੀ ਗੱਲ ਤੇ ਬੰਦੇ ਦਾ ਤੇ ਬਾਰ-ਬਾਰ ਜੀ ਕਰਦਾ ਜੀ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਜੇ ਨਹੀਂ ਬੈਠਣਾ, ਜਾਨ ਭਾਈ ਤਾਂ ਦੂਜਾ ਸਾਥੀ ਆਵੇ ਕਹਿਣ ਲੱਗੇ। ਹਾਂਜੀ। ਕਰ ਆਗੇ ਸਤਿਗੁਰੂ ਭਿਆਨੇ। ਮਹਾਰਾਜ ਕਹਿੰਦੇ ਇਹਨੂੰ ਅੱਗੇ ਲਾਓ, ਸੰਗਤਾਂ ਵੇਖਣ ਇਹਨੂੰ। ਹਾਂਜੀ। ਉਹ ਘੋੜਾ ਅੱਗੇ ਲਾਇਆ, ਪਿੱਛੇ ਸੈਨਾ 3000 ਫੌਜ ਨਾਲ ਲੈ ਕੇ ਤੁਰੇ ਸਨ ਸੱਚੇ ਪਾਤਸ਼ਾਹ। ਹਾਂਜੀ। ਸੈਨਾ ਵੀ ਪਿੱਛੇ ਪਿੱਛੇ ਸਭ ਤੁਰ ਪਏ ਜੀ। ਹਾਂਜੀ। ਵਜਿਓ ਦਮਾਮਾ ਵੱਡ ਧੁਨ ਠਾਨੇ। ਤੇ ਨਗਾਰਾ ਵੱਜਿਆ ਜੀ। ਜਦੋਂ ਮਹਾਰਾਜ ਦੂਜੇ ਥਾਂ ਤੇ ਜਾਂਦੇ ਸਨ ਨਗਾਰਾ ਵੱਜਦਾ ਸੀ, ਫੌਜਾਂ ਜੋ ਨਾਲ ਸਨ ਜੀ। ਨਗਾਰਾ ਵੱਜਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਗੇ ਚੱਲਣ ਦੀ ਤਿਆਰੀਆਂ ਪੂਰੀਆਂ ਹੋ ਗਈਆਂ ਜੀ। ਹਾਂਜੀ। ਕਰਤ ਭਗਤ ਹੀ ਮੁਖ ਮੁਸਕਾਵਤ। ਹਾਂਜੀ। ਜੋਧ ਸੰਗ ਸੰਗ ਮੁਹਾਵਤ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਧੰਨ ਗੁਰੂ ਹਰਤੀਨ ਕੋਸ ਮਹਾਰਾਜ ਸੱਚੇ ਪਾਤਸ਼ਾਹ ਰਾਏ ਜੋਧ ਨਾਲ ਬਚਨ ਕਰਦੇ ਜਾ ਰਹੇ, ਮੁਸਕਰਾਉਂਦੇ ਜਾ ਰਹੇ ਹਨ। ਪਿੱਛੇ 3000 ਫੌਜਾਂ ਆ ਰਹੀਆਂ ਨੇ। ਹਾਂਜੀ। 3 ਕੋਸ ਕਾਂਗੜਪੁਰ ਅਹੇ। 3 ਕੋਹ ਦੀ ਦੂਰੀ ਤੇ ਕਾਂਗੜਪੁਰ ਸੀਗਾ ਜੀ, ਜਿੱਥੋਂ ਰਾਏ ਜੋਧ ਆਇਆ ਸੀ। ਹਾਂਜੀ। ਗਏ ਤੁਰਕ ਹੀ ਦ੍ਰਿਸ਼ਟੀ ਲਹੇ। ਤੁਰੰਤ ਹੀ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚ ਗਏ। 3 ਕੋਹ ਕਿਹੜਾ ਦੂਰ ਹੁੰਦਾ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਤੁਰੰਤ ਹੀ ਉੱਥੇ ਪਹੁੰਚ ਗਏ
ਤੇ ਮਹਾਰਾਜ ਨੇ ਸ਼ਹਿਰ ਵੱਲ ਵੇਖਿਆ ਜੀ ਚੰਗੀ ਤਰ੍ਹਾਂ, ਕਾਂਗੜਪੁਰ ਵੱਲ। ਹਾਂਜੀ। ਜੋਧ ਰਾਏ ਕੇ ਮੰਦਰ ਉੱਚੇ। ਰਾਏ ਜੋਧ ਦੇ ਘਰ ਬੜੇ ਉੱਚੇ ਉੱਚੇ ਸੀਗੇ ਜੀ, ਮਹਿਲ ਸੀਗਾ ਰਾਏ ਜੋਧ ਦਾ, ਰਾਜਾ ਸੀ। ਹਾਂਜੀ। ਸਤਿਗੁਰ ਹੇਰੇ ਨਿਕਟ ਪਹੁੰਚੇ। ਮਹਾਰਾਜ ਨਗਰ ਦੀ ਸੈਰ ਕਰ ਰਹੇ ਹਨ ਤੇ ਰਾਏ ਜੋਧ ਦਾ ਘਰ ਵੀ ਸੱਚੇ ਪਾਤਸ਼ਾਹ ਨੇ ਵੇਖਿਆ ਜੀ। ਹਾਂਜੀ। ਉਤਮ ਥਲ ਪੁਰ ਤੇ ਜਿਸ ਦਿਸ ਮੈਂ। ਤੇ ਪੁਰੀ ਵਿੱਚ ਜਿਹੜਾ ਪਾਸਾ ਉੱਤਮ ਸੀ, ਸੱਚੇ ਪਾਤਸ਼ਾਹ ਨੇ ਉੱਥੇ ਡੇਰਾ ਕਰਾਇਆ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਨਾਲ ਫੌਜਾਂ ਸਨ, ਸਾਰਾ ਕੁਝ ਸੀ, ਇੱਕ ਘਰ ਵਿੱਚ ਰਹਿਣਾ ਤੇ ਔਖਾ ਹੀ, ਤੇ ਮਹਾਰਾਜ ਬਾਹਰ ਪੜਾ ਕਰਦੇ ਹੁੰਦੇ ਸਨ ਜੀ। ਹਾਂਜੀ। ਮਹਾਰਾਜ ਨੇ ਬਾਹਰ ਇੱਕ ਪਾਸੇ ਕਾਂਗੜਪੁਰ ਵਿੱਚ ਹੁਣ ਪੜਾ ਕੀਤਾ ਜੀ। ਹਾਂਜੀ। ਲੈ ਡੇਰਾ ਉਤਰਾਇਓ ਤਿਸ ਮੈਂ। ਹਾਂਜੀ। ਸੁਣ ਕਰ ਜੋਧ ਰਾਏ ਕੀ ਨਾਰੀ। ਤੇ ਰਾਏ ਜੋਧ ਦੀ ਪਤਨੀ ਨੂੰ ਪਤਾ ਲੱਗਾ ਜੀ। ਹਾਂਜੀ। ਜਿਹੜੀ ਉਹ ਰਾਏ ਜੋਧ ਦੀ ਪਤਨੀ ਵੀ ਬੜੇ ਭਾਗਾਂ ਵਾਲੀ ਸੀ ਜੀ। ਤੁਸੀਂ ਸੁਣਿਆ ਕਿਵੇਂ ਇਹਨੇ ਰਾਏ ਜੋਧ ਨੂੰ ਪ੍ਰੇਰਨਾ ਦਿੱਤੀ ਵੀ ਰਾਜਾ ਜੀ ਚੱਲੀਏ ਗੁਰੂ ਜੀ ਦੇ ਕੋਲ, ਗੁਰੂ ਜੀ ਦੇ ਦਰਸ਼ਨ ਕਰੀਏ। ਰਾਏ ਜੋਧ ਦੀ ਪਤਨੀ ਬਚਪਨ ਤੋਂ ਹੀ ਬਾਣੀ ਪੜ੍ਹਦੀ ਸੀ। ਉਹਨੂੰ ਜਦੋਂ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਤੇ ਸਾਡੇ ਕੋਲ ਆ ਗਏ ਨੇ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪਹਿਲਾਂ ਤਾਂ ਇਹ ਪਤਾ ਲੱਗਾ ਸੀ ਵੀ ਸਾਡੇ ਨੇੜੇ ਆਏ ਜੀ, ਹੁਣ ਇਹ ਪਤਾ ਲੱਗਾ ਵੀ ਉਹ ਤੇ ਸਾਡੇ ਕੋਲ ਆ ਗਏ ਨੇ। ਰਾਏ ਜੋਧ ਦੀ ਪਤਨੀ ਭਾਵ ਰਾਣੀ ਬਹੁਤ ਖੁਸ਼ ਹੋਈ ਜੀ, ਉਹਦੀ ਖੁਸ਼ੀ ਦਾ ਅੰਤ ਨਹੀਂ ਰਿਹਾ ਜੀ। ਹਾਂਜੀ। ਪਹੁੰਚੀ ਲੈ ਬਹੁ ਭੇਟ ਅਗਾਰੀ। ਰਾਏ ਜੋਧ ਦੀ ਪਤਨੀ ਨੇ, ਰਾਣੀ ਨੇ ਭਾਵ ਦਾਸੀਆਂ ਨੂੰ ਕਿਹਾ ਛੇਤੀ ਤੋਂ ਛੇਤੀ ਲੰਗਰ ਪਕਾਓ ਭਾਈ। ਹਾਂਜੀ। ਤੇ ਭੇਟਾਵਾਂ ਲੈ ਕੇ ਹਜੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਹਜੂਰ ਆਈ ਜੀ। ਹਾਂਜੀ। ਦਰਸ਼ਨ ਕੀਨ ਬੰਦਨਾ ਚਰਨ। ਜਨਮ ਮਰਨ ਦੁਖ ਤਿਨ ਤੇ ਹਰਣ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ, ਜਿਸ ਚਰਨਾਂ ਤੇ ਨਮਸਕਾਰ ਕਰਕੇ ਜਨਮ ਤੇ ਮਰਨ ਦੋਵਾਂ ਦੇ ਦੁੱਖ ਦੂਰ ਹੋ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਜਨਮ ਦੇ ਦੁੱਖ ਵੱਖਰੇ ਚ ਤੇ ਮਰਨ ਤੋਂ ਬਾਅਦ ਦੁੱਖ ਵੱਖਰੇ ਆਉਂਦੇ ਜੀ ਬੰਦੇ ਨੂੰ ਜੀ। ਹਾਂਜੀ। ਤੇ ਜਿਹੜਾ ਗੁਰੂ ਜੀ ਨੂੰ ਨਮਸਕਾਰ ਕਰਦਾ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਜਨਮ ਤੇ ਮਰਨ ਦੋਵਾਂ ਦੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਂਦੇ ਜੀ। ਹਾਂਜੀ। ਜੋਧ ਰਾਏ ਕਰਵਾਏ ਵਡੇਰਾ। ਸੇਵਾ ਸਰਬ ਸੰਭਾਰ ਵਡੇਰਾ। ਰਾਣੀ ਨੇ ਅੱਗੇ ਪਿਟਾਵਾਂ ਰੱਖੀਆਂ। ਰਾਣੀ ਸੀ, ਬੜੇ ਹਿਰਦੇ ਦੇ ਚਾਅ ਸੀ, ਬਸਤਰ ਕਈ ਕੁਝ ਮਹਾਰਾਜ ਦੇ ਹਜੂਰ ਲਿਆ ਰੱਖਿਆ। ਮਹਾਰਾਜ ਨੇ ਰਾਣੀ ਨੂੰ ਅਸੀਸਾਂ ਦਿੱਤੀਆਂ ਜੀ। ਹਾਂਜੀ। ਤੇ ਬਚਨ ਥੋੜਾ ਜਿਹਾ ਚੇਤਾ ਕਰੋ। ਮਹਾਰਾਜ ਨੇ ਕਿਹਾ ਸੀ ਗਾਂ ਤੇਰੀ ਸੰਤਾਨ ਦੀ ਸੰਤਾਨ ਜਿਹੜੀ ਹੋਏਗੀ ਉਹਨੇ ਸਾਡੀ ਬੜੀ ਵੱਡੇ ਸਿੱਖ ਬਣਨਾ, ਤੇ ਜਦੋਂ 10ਵੇਂ ਜਾਮੇ ਵਿੱਚ ਆਵਾਂਗੇ ਤੇਰੇ ਘਰ ਆ ਕੇ ਰਵਾਂਗੇ ਜੀ। ਮਹਾਰਾਜ ਨੇ ਬਚਨ ਕੀਤਾ ਸੀ ਨਾ ਜੀ। ਰਾਣੀ ਬੜੇ ਚਾਅ ਨਾਲ ਆਈ, ਬੜਾ ਕੁਝ ਲੈ ਕੇ ਆਈ ਤੇ ਮਹਾਰਾਜ ਦੇ ਅੱਗੇ ਰੱਖਿਆ। ਰਾਏ ਜੋਧ ਨੇ ਆਪਣੇ ਸੇਵਕਾਂ ਨੂੰ ਕਹਿ ਕੇ ਗੁਰੂ ਜੀ ਦੇ ਸਿੱਖਾਂ ਦੇ ਆਸਣ ਲਵਾਏ, ਗੁਰੂ ਕੇ ਸਿੱਖਾਂ ਦੇ ਪੜਾ ਲਵਾਏ ਵੱਖ ਵੱਖ ਥਾਂ ਤੇ। ਹਾਂਜੀ। ਨਿਤ ਨੂਤਨ ਚਿਤ ਧਾਰਤ ਭਾਉ। ਗੁਰੂ ਪ੍ਰੇਮ ਬਸ ਸਹਿਜ ਸੁਭਾਉ। ਤੇ ਰਾਏ ਜੋਧ ਨਿਤ ਨਵੇਂ ਚਾਅ ਨਾਲ ਸੇਵਾ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਰਕ ਬੜਾ ਜੀ। ਹਾਂਜੀ। 4-5 ਦਿਨ ਬੰਦਾ ਸੇਵਾ ਕਰਦਾ, ਫਿਰ ਹੱਥ ਜੋੜ ਦਿੰਦਾ ਵੀ ਬੜੀ ਹੋ ਗਈ ਭਾਈ, ਹੁਣ ਸਾਨੂੰ ਖੁਸ਼ੀ ਦਿਓ। ਹਾਂਜੀ। ਰਾਏ ਜੋਧ ਨਿਤ ਨਵੇਂ ਚਾਅ ਨਾਲ ਸੇਵਾ ਕਰ ਰਿਹਾ ਸੱਚੇ ਪਾਤਸ਼ਾਹ ਦੀ, ਨਿਤ ਨਵੇਂ ਚਾਅ ਨਾਲ। ਦਿਨੋਂ ਦਿਨ ਰਾਏ ਜੋਧ ਦਾ ਅੰਦਰ ਦਾ ਚਾਅ ਵੱਧਦਾ ਹੀ ਜਾ ਰਿਹਾ ਹੈ। ਹਾਂਜੀ। ਬਸ ਕਰ ਬਾਸੁਰ ਕਿਤ ਕਬਿਤਾਏ। ਇਸ ਤਰੀਕੇ ਨਾਲ ਕਈ ਦਿਨ ਹੋ ਗਏ ਜੀ ਸੱਚੇ ਪਾਤਸ਼ਾਹ ਹੁਣ ਰਾਏ ਜੋਧ ਦੇ ਕੋਲ ਕਾਂਗੜਪੁਰ ਵਿੱਚ ਆਏ ਹਨ। ਹਾਂਜੀ। ਬਨਹਿ ਸਿੱਖ ਬਹੁ ਦਰਸ਼ਨ ਪਾਏ। ਜਿੱਧਰ ਸੱਚੇ ਪਾਤਸ਼ਾਹ ਉਧਰ ਹੀ ਸੰਗਤ ਜੀ। ਅੱਗੇ ਸੰਗਤ ਭਾਈ ਰੂਪੇ ਜਾਂਦੀ ਸੀ, ਹੁਣ ਕਾਂਗੜਪੁਰ ਨੂੰ ਸੰਗਤ ਤੁਰਨ ਲੱਗ ਪਈ। ਹਾਂਜੀ। ਜੋਧ ਸੰਗ ਸ੍ਰੀ ਸਤਿਗੁਰ ਆਪ। ਕਰਤੇ ਰਹਿਤ ਬਰਤਲਾ ਲਾਪ। ਤੇ ਸੱਚੇ ਪਾਤਸ਼ਾਹ ਰਾਏ ਜੋਧ ਨਾਲ ਹਰ ਰੋਜ਼ ਹੀ ਜੰਗ ਯੁੱਧ ਦੀ ਗੱਲ ਕਰਦੇ ਰਹਿੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤਾਂ ਕਿ ਉਹਦੇ ਅੰਦਰ ਦੀ ਵੀ ਤਿਆਰੀ ਹੋ ਜਾਏ। ਬੜੀ ਵੱਡੀ ਸੇਵਾ ਲੈਣੀ ਜੀ ਇਹਦੇ ਕੋਲੋਂ ਵੀ। ਹਾਂਜੀ। ਕਰਹਿ ਪ੍ਰਤੀਖਣ ਵਿਧੀਐ ਕੈਰੀ। ਤੇ ਨਾਲੇ ਸੱਚੇ ਪਾਤਸ਼ਾਹ ਵਿਧੀ ਚੰਦ ਜੀ ਦਾ ਇੰਤਜ਼ਾਰ ਕਰ ਰਹੇ ਜੀ। ਉਹਨਾਂ ਨੂੰ ਵੀ ਬੜੇ ਬਚਨ ਦੇ ਤੋਰਿਆ, ਵਿਧੀ ਚੰਦ ਕੋਈ ਅਟਕਣ ਨਹੀਂ ਪਏਗੀ। ਹਾਂਜੀ।
ਤੇਰਾ ਪ੍ਰਭਾਵ ਸਾਰਿਆਂ ਦੀ ਮੱਤ ਤੇ ਪੈ ਜਾਏਗਾ। ਹਾਂਜੀ, ਸੋ ਬਾਬਾ ਬਿਧੀ ਚੰਦ ਜੀ ਦੀ ਵੀ ਉਡੀਕ ਕਰ ਰਹੇ ਸੱਚੇ ਪਾਤਸ਼ਾਹ। ਜਾਨ ਭਾਈ ਤੇ ਆ ਗਿਆ, ਤੇ ਹੁਣ ਨਾਲ ਦਾ ਕਦੋਂ ਆਉਣਾ? ਹਾਂਜੀ, ਹੈ ਕੋ ਲਿਆਵੇ ਗੋਜ ਸਬੇਰੀ, ਹਾਂਜੀ, ਲਸ਼ਕਰ ਤਰਕਨ ਕੋ ਬਹੁਐ ਹੈ, ਹਾਂਜੀ। ਹਮ ਰਿਪ ਹੱਥ ਕਮਸਾਨ ਮੱਚੇ ਤੇ ਹੈ। ਗੁਰੂ ਸਾਹਿਬ ਕਿਹੜੇ ਆਮ ਪੁਰਸ਼ ਸਨ ਜੀ? ਪਤਾ ਤੇ ਹੈ ਹੀ ਸੀ। ਮਹਾਰਾਜ ਨਾ ਜੀ ਰਾਏ ਜੋਧ ਨੂੰ ਕਹਿਣ ਲੱਗੇ, ਰਾਏ ਜੋਧ ਆਪਾਂ ਤਿਆਰੀ ਰੱਖੀ ਗਏ, ਇਧਰੋਂ ਘੋੜੇ ਆਉਣੇ, ਉਧਰੋਂ ਸੈਨਾ ਵੀ ਬੜੀ ਆਉਣੀ ਜੀ। ਅੱਜ ਕਿਹਾ ਕੋ ਵਾਹਿਗੁਰੂ। ਕਿਉਂਕਿ ਬਾਬਾ ਬਿਧੀ ਚੰਦ ਜੀ ਨੇ ਫਿਰ ਐਡਰੈਸ ਦੇ ਕੇ ਆਉਣਾ ਜੀ ਆਪਣਾ, ਹੈ। ਉਹਨਾਂ ਪੁੱਛਣਾ, ਕਹਿਣਾ ਮੇਰਾ ਨਾਮ ਕਸੇਰਾ ਨਹੀਂ ਚ ਹੈਗਾ, ਤੇ ਨਾ ਮੈਂ ਨਜੂਮੀ ਚ, ਮੇਰਾ ਨਾਮ ਬਿਧੀ ਚੰਦ ਚ, ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ। ਗੁਰੂ ਹਰਗੋਬਿੰਦ ਸਾਹਿਬ ਕੋਲ ਚੱਲਾਂ ਵਾਂ, ਹੈਗੀ ਜੁਰਤ ਤੇ ਘੋੜੇ ਆ ਕੇ ਵਾਪਸ ਲੈ ਜਾਓ। ਵੰਗਾਰ ਕੇ ਆਉਣਾ ਉਹਨਾਂ ਨੂੰ ਜੀ। ਹਾਂਜੀ, ਤੇ ਮਹਾਰਾਜ ਨੂੰ ਸਾਰੇ ਬਚਨਾਂ ਦਾ ਪਤਾ ਜੀ। ਮਹਾਰਾਜ ਰਾਏ ਜੋਧ ਨੂੰ ਕਹਿਣ ਲੱਗੇ, ਤੂੰ ਤਿਆਰੀ ਰੱਖ ਆਪਣੀ। ਹਾਂਜੀ, ਰਾਏ ਜੋਧ ਬੇਨਤੀਆਂ ਕਰ ਰਿਹਾ, ਮਹਾਰਾਜ ਮੈਂ ਤੇ ਤੁਹਾਡੇ ਹੁਕਮ ਚ ਹੈਗਾ, ਮੈਨੂੰ ਤੇ ਇਸ਼ਾਰਾ ਚਾਹੀਦਾ ਤੁਹਾਡਾ। ਹਾਂਜੀ, ਹੁਣ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ, ਬਾਬਾ ਜੀ ਲਾਹੌਰ ਵਿੱਚ ਪਹੁੰਚ ਚੁੱਕੇ ਜੀ। ਉਹਨਾਂ ਪਹੁੰਚ ਜਾਣਾ ਜੀ, ਤੇ ਕਿਵੇਂ ਮਹਾਰਾਜ ਦਾ ਬਚਨ ਮੰਨ ਕੇ ਜਾ ਕੇ ਘੋੜਾ ਦੂਜਾ ਲੈ ਕੇ ਆਉਂਦੇ। ਹੁਣ ਵੇਖ ਲਓ, ਉਹੋ ਹੀ ਬੰਦਾ ਜੀ, ਤੇ ਦੂਜੀ ਵਾਰੀ ਕੋਈ ਪਛਾਣੇ ਹੀ ਨਾ ਜੀ। ਇਹ ਗੁਰੂ ਜੀ ਦੀ ਕਿਰਪਾ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਨਹੀਂ ਤੇ ਭਾਈ ਬਿਧੀ ਚੰਦ ਜੀ ਇੰਨਾ ਚਿਰ ਉੱਥੇ ਰਹਿ ਕੇ ਆਏ ਹੋਣ, ਹਾਂਜੀ, ਤੇ ਉਤੋਂ ਇੰਨਾ ਕੁਛ ਲੈ ਆਏ ਹੋਣ, ਕਾਠੀ ਘੋੜਾ ਲੈ ਆਏ ਹੋਣ, ਉਹ ਚਿਹਰਾ ਭੁੱਲਦੇ ਜੀ। ਹਾਂਜੀ, ਉਹੋ ਹੀ ਬਾਬਾ ਬਿਧੀ ਚੰਦ ਜੀ। ਦੂਜੀ ਵਾਰੀ ਜਾਣਾ, ਕਿਸੇ ਨੇ ਪਛਾਣਨਾ ਨਹੀਂ ਜੀ ਉਹਨਾਂ ਨੂੰ। ਇਹ ਗੁਰੂ ਜੀ ਦੀ ਕਿਰਪਾ ਜੀ। ਸੋ ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ, ਕਿਵੇਂ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰ ਰਹੇ। ਤੁਸੀਂ ਸਾਰੇ ਆਖੋ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਵੱਡ ਭਾਗੀ ਗੁਰ ਦਰਸ਼ਨ ਪਾਇਆ, ਵੱਡ ਭਾਗੀ ਗੁਰ ਦਰਸ਼ਨ ਪਾਇਆ, ਵੱਡ ਭਾਗੀ ਗੁਰ ਦਰਸ਼ਨ ਪਾਇਆ, ਵੱਡ ਭਾਗੀ ਗੁਰ ਦਰਸ਼ਨ ਪਾਇਆ। ਧੰਨ ਧੰਨ ਸਤਿਗੁਰੂ ਹਮਾਰਾ, 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 ਧੰਨ ਧੰਨ ਸਤਿਗੁਰੂ ਹਮਾਰਾ। ਹੁਣ ਸੱਚੇ ਪਾਤਸ਼ਾਹ ਫਿਰ ਅੱਗੋਂ ਕੀ ਕਰਦੇ ਜੀ? ਉਧਰੋਂ ਬਿਧੀ ਚੰਦ ਜੀ ਆ ਰਹੇ ਜੀ ਘੋੜਾ ਲੈ ਕੇ, ਉਧਰੋਂ ਮਹਾਰਾਜ ਫਿਰ ਤਿਆਰੀਆਂ ਕਰਨ ਦੇ ਜੀ। ਹਾਂਜੀ, ਤੇ ਅੱਗੋਂ ਫਿਰ ਜਿਹੜਾ ਵੀ ਪ੍ਰਸੰਗ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ, ਅਸੀਂ ਤੇ ਜਸ ਨਾਲ ਹੀ ਜੁੜਨਾ ਜੀ, ਭਾਵੇਂ ਜੰਗ ਵੀ ਹੋਣੀ ਹੈ, ਜੰਗ ਵਿੱਚ ਵੀ ਜਾਸੀ ਹੈ ਜੀ। ਹਾਂਜੀ, ਨਾਲ ਦੇ ਬੰਦਿਆਂ ਡਰਦਾ ਜੀ ਡਰਨਾ। ਉਹ ਜਦੋਂ ਪਤਾ ਲੱਗਣਾ ਨਾ ਵੀ ਫੌਜ ਉਧਰ ਹੀ ਜਾ ਰਹੀ ਹੈ, ਤੇ ਬਾਦਸ਼ਾਹ ਨੂੰ ਉਹਦੇ ਸੇਵਕਾਂ ਦੱਸਣਾ ਵੀ ਜਿਸ ਗੁਰੂ ਕੋਲ ਫੌਜ ਘੱਲ ਰਹੇ ਉਹ ਤੇ ਤੀਰ ਬੜੇ ਚਲਾਉਂਦਾ। ਏਦਾਂ ਹੀ ਉਹਨਾਂ ਆਖਣਾ। ਉਹਨਾਂ ਦੇ ਤੇ ਤੀਰ ਫੌਜ ਨੂੰ ਲੱਭਣ ਹੀ ਨਹੀਂ ਦਿੰਦੇ, ਪਤਾ ਹੀ ਨਹੀਂ ਲੱਗਦਾ ਕਿਧਰੋਂ ਤੀਰ ਸੁੱਟੀ ਜਾਂਦੇ ਜੀ। ਹਾਂਜੀ, ਹੁਣ ਉਹ ਫਿਰ ਫੌਜ ਘੱਲਦਾ ਜੀ। ਇਹ ਸਾਰਾ ਹੀ ਪ੍ਰਸੰਗ ਅਗਲੇ ਦਿਨਾਂ ਵਿੱਚ ਆਏਗਾ। ਬੜੇ ਪ੍ਰੇਮ ਦੇ ਨਾਲ ਆਪਾਂ ਗੁਰੂ ਜੀ ਦਾ ਜਸ ਸਰਵਣ ਕਰਨਾ ਹੈ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਇਹਦੇ ਤੋਂ ਅੱਗੇ ਕੱਲ ਨੂੰ ਸਰਵਣ ਕਰਾਂਗੇ, ਤੇ ਬੜੇ ਹੀ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।